ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਗਿਆਨਮ ਦੇ ਡਿਜੀਟਲ ਪਲੇਟਫਾਰਮ ਤੇ ਤੁਹਾਡਾ ਸਵਾਗਤ ਹੈ ਜੀ। ਅੱਜ ਆਪਾਂ ਪੰਜਾਬ ਜੀਕੇ ਦਾ 81st ਮੌਕ ਸੋਲਵ ਕਰਨ ਲੱਗੇ ਹਾਂ ਜੀ। ਸ਼ੁਰੂ ਕਰਦੇ ਹਾਂ। ਪਹਿਲਾ ਕੁਐਸਚਨ ਆਇਆ ਜੀ, ਚੂਜ਼ ਦਾ ਰਾਈਟ ਆਪਸ਼ਨ। ਡੈਸ਼ ਡਿਸਟ੍ਰਿਕਟ ਆਫ ਪੰਜਾਬ ਹੈਜ਼ ਦਾ ਲੋਐਸਟ ਡੈਸ਼ ਐਸ ਪਰ ਦਾ 2011 ਸੈਂਸਸ। ਪੰਜਾਬ ਦੇ ਕਿਹੜੇ ਵਿੱਚ ਘੱਟ ਹੈ 2011 ਦੀ ਜਨਗਣਨਾ ਦੇ ਵਿੱਚ? ਲਿਟਰੇਸੀ ਘੱਟ ਹੈ, ਮਾਨਸਾ ਦੇ ਵਿੱਚ ਆਬਾਦੀ ਘੱਟ ਹੈ, ਮੁਕਤਸਰ ਸਾਹਿਬ ਦੇ ਵਿੱਚ ਪੋਪੂਲੇਸ਼ਨ ਡੈਂਸਿਟੀ ਘੱਟ ਹੈ ਤੇ ਫਾਜ਼ਿਲਕਾ ਦੇ ਵਿੱਚ ਇਲਿਟਰੇਸੀ ਘੱਟ। ਤਾਂ ਇਸ ਦਾ ਸਹੀ ਆਂਸਰ ਹੋਏਗਾ ਜੀ ਆਪਸ਼ਨ ਨੰਬਰ ਮੁਕਤਸਰ ਸਾਹਿਬ। ਲਿਟਰੇਸੀ ਅਗਰ ਦੇਖਿਆ ਜਾਵੇ ਜੀ, ਲਿਟਰੇਸੀ ਸਭ ਤੋਂ ਜ਼ਿਆਦਾ ਤਾਂ ਹੈਗੀ ਹੈ ਹੁਸ਼ਿਆਰਪੁਰ ਰੀਜਨ ਦੇ ਵਿੱਚ, ਸਭ ਤੋਂ ਘੱਟ ਹੈਗੀ ਆਪਣੀ ਮਾਨਸਾ ਰੀਜਨ। ਔਰ ਉਹੀ ਪੋਪੂਲੇਸ਼ਨ ਡੈਂਸਿਟੀ ਕੀ ਹੋ ਗਿਆ ਜੀ, ਜਿੱਥੇ ਹੈਗਾ ਮਤਲਬ ਆਪਾਂ ਕਹਿ ਕਿਲੋਮੀਟਰ ਸਕੁਅਰ ਦੇ ਵਿੱਚ ਕਿੰਨੇ ਲੋਕ ਰਹਿ ਰਹੇ ਨੇ, ਤਾਂ ਮੁਕਤਸਰ ਦੇ ਵਿੱਚ ਸਭ ਤੋਂ ਘੱਟ ਹੈਗਾ। ਔਰ ਇਲਿਟਰੇਸੀ ਤੁਹਾਨੂੰ ਦੱਸਿਆ ਹੈਗਾ ਸਭ ਤੋਂ ਜ਼ਿਆਦਾ ਡਿਸਟ੍ਰਿਕਟ। 2011 ਦੀ ਸੈਂਸਸ ਤੋਂ ਬਾਅਦ 2021 ਵਾਲੀ ਸੈਂਸਸ 10 ਸਾਲਾਂ ਬਾਅਦ ਕੰਡਕਟ ਕਰਵਾਉਣੇ ਹੁੰਦੇ ਆ, ਬਟ ਉਹ ਕੰਡਕਟ ਨਹੀਂ ਕਰਵਾ ਪਾਏ ਹੈ ਕਿਉਂਕਿ 2011 ਦੇ ਵਿੱਚ ਕਰੋਨਾ ਪੈਂਡੈਮਿਕ ਆਇਆ ਸੀ, ਜਿਹਦੇ ਕਰਕੇ ਜਿਹੜਾ ਸਰਕਾਰ ਨੇ ਕਿਹਾ 2024 ਦੇ ਇਲੈਕਸ਼ਨ ਤੋਂ ਬਾਅਦ ਹੀ ਕੰਡਕਟ। ਨੈਕਸਟ ਕੁਐਸਚਨ ਚੱਲਦੇ ਜੀ। ਪੰਜਾਬ ਕਨਸਟੀਟਿਊਟਸ ਅਰਾਊਂਡ ਡੈਸ਼ % ਆਫ ਟੋਟਲ ਏਰੀਆ ਆਫ ਇੰਡੀਆ। ਮਤਲਬ ਪੰਜਾਬ ਜਿਹੜਾ ਹੈ ਭਾਰਤ ਦੇ ਟੋਟਲ ਏਰੀਆ ਕਿੰਨੇ %? 54%, 2.9, 4.51%, 5%। ਇਸ ਦਾ ਸਹੀ ਆਂਸਰ ਹੈ 53%। The election of Punjab Legislative Council were held for the first time in the dash and the dash reform। मतलब ਕੀ ਹੈ legislative ਕਿਹੜੇ ਰਿਫਾਰਮ? 1921 ਮੌਂਟੈਗਿਊ ਚੈਮਸਫੋਰਡ ਰਿਫਾਰਮ, 1920 ਚੈਮਸਫੋਰਡ ਰਿਫਾਰਮ 1921। ਤਾਂ ਇਸ ਦਾ ਸਹੀ ਆਂਸਰ ਹੋਏਗਾ ਜੀ ਆਪਸ਼ਨ ਨੰਬਰ ਬੀ। 1919 ਦੇ ਵਿੱਚ ਜਿਹੜਾ ਹੈ ਜੀ ਮੌਂਟੈਗਿਊ ਚੈਮਸਫੋਰਡ ਰਿਫਾਰਮ ਦੇ ਨੇ ਕਿ ਜਿਹਦੇ ਵਿੱਚ ਕੀ ਹੈਗਾ ਪਹਿਲੀ ਵਾਰ ਇਲੈਕਸ਼ਨਸ ਕੰਡਕਟ ਕਰਵਾਉਣ ਦੀ ਗੱਲ ਕੀਤੀ ਜਾਂਦੀ ਹੈਗੀ ਹੈ। ਪ੍ਰੋਵਿੰਸ਼ੀਅਲ ਲੈਵਲ ਤੇ ਵੀ ਗੱਲ ਦੇ ਅੰਡਰ ਹੀ ਹੁੰਦੇ ਨੇ। ਤੇ ਇਹੀ ਐਕਟ ਦਾ ਥੋੜਾ ਜਿਹਾ ਯਾਦ ਰੱਖਿਓ, ਇਹੀ ਐਕਟ ਦੇ ਵਿੱਚ ਜਿਹੜਾ ਹੈ ਡਾਇਆਰਕੀ ਇੰਟਰੋਡਿਊਸ। ਡਾਇਆਰਕੀ ਕੀ ਹੋ ਗਿਆ? ਦੋਹਰਾ ਸ਼ਾਸਨ ਜਾਂ ਡਿਊਲ ਰੂਲ। ਕੀ ਹੈ ਸਰਕਾਰ ਮਤਲਬ ਕੁਝ ਪਾਵਰਾਂ ਤਾਂ ਜਿਹੜੀਆਂ ਨੇ ਇੰਡੀਅਨਸ ਨੂੰ ਦੇ ਪਾਵਰਸ ਨੇ ਆਪਦੇ ਕੋਲੇ ਰਿਜ਼ਰਵ ਰੱਖੀਆਂ। ਨੈਕਸਟ ਆਇਆ ਜੀ, ਹਾਊ ਮਚ ਅਮਾਊਂਟ ਹੈਜ਼ ਪ੍ਰੋਵਾਈਡਡ ਇਨ ਦਾ ਬਜਟ 2023। ਕਿਸਾਨਾਂ ਨੂੰ ਫ੍ਰੀ ਬਿਜਲੀ ਦੇਣ ਦੇ 2023 ਦੇ ਬਜਟ ਰੱਖੇ ਨੇ 12,333 ਕਰੋੜ, 9900 ਕਰੋੜ, 5831 ਕਰੋੜ। ਇਸ ਦਾ ਸਹੀ ਆਂਸਰ ਹੈ ਜੀ ਆਪਸ਼ਨ ਨੰਬਰ ਬੀ 9331 ਕਰੋੜ। ਇਨ ਵਿਚ ਈਅਰ ਦਾ ਪ੍ਰੈਜ਼ੀਡੈਂਟ ਰੂਲ ਵਾਸ ਇੰਪੋਜ਼ਡ ਪੰਜਾਬ ਫॉर द ਪੰਜਾਬ ਦੇ ਵਿੱਚ ਕਦੋਂ ਲਾਗੂ? ਪਹਿਲੀ ਗੱਲ ਤਾਂ ਰਾਸ਼ਟਰਪਤੀ ਸ਼ਾਸਨ ਦੀ ਆਰਟੀਕਲ 50 ਜਿਹੜਾ ਹੈ ਉਹਦੇ ਵਿੱਚ ਦਿੱਤਾ ਹੋਏਗਾ ਆਪਣੇ ਪ੍ਰੈਜ਼ੀਡੈਂਟ। ਜਦੋਂ ਕਿ ਫੇਲ ਹੋ ਜਾਂਦੀ ਹੈ ਤਾਂ ਉਸਕੇ ਵਿੱਚ ਜਿਹੜਾ ਰਾਸ਼ਟਰਪਤੀ ਵੀ ਰਾਜ ਲਗਾਇਆ ਜਾ ਸਕਦਾ। 51, 66, 50, 55। ਤਾਂ ਇਸ ਦਾ ਸਹੀ ਆਂਸਰ 1955। 20 ਜੂਨ 20/6/1955 ਨੂੰ ਜਿਹੜਾ ਹੈ ਪੰਜਾਬ ਦੇ ਵਿੱਚ ਪਾਈ ਗਈ। ਪੰਜਾਬ ਦੇ ਵਿੱਚ ਵੀ ਇਹੀ ਹੈ ਜੀ, ਜੇ ਇੰਡੀਆ ਦੇ ਵਿੱਚ ਵੀ ਓਵਰਆਲ ਪੁੱਛਿਆ ਜਾਵੇ ਵੀ ਤਾਂ ਉਸ ਦਾ ਆਂਸਰ ਵੀ ਪੰਜਾਬੀ ਹੋਇਆ। ਦੂਸਰਾ ਕੁਐਸਚਨ ਕੀ ਹੈ ਜੀ, ਅਗਰ ਕੁਝ ਪੁੱਛਿਆ ਜਾਵੇ ਵੀ ਪੰਜਾਬ ਦੇ ਵਿੱਚ ਮਤਲਬ ਲਾਸਟ ਐਮਰਜੈਂਸੀ ਕਦੋਂ ਲੱਗੀ ਹੈ ਤਾਂ 1987 92। ਤੇ ਜਿਹੜਾ ਰਾਸ਼ਟਰਪਤੀ ਸ਼ਾਸਨ ਹੈ ਨਾ ਜੀ ਆਪਣੇ 356 ਆਰਟੀਕਲ ਦੇ ਵਿੱਚ, ਇਹਦੇ ਵਿੱਚ ਕੀ ਹੈ ਮੈਕਸਿਮਮ 3 ਸਾਲ ਦਾ ਸਮਾਂ ਦਿੱਤਾ ਗਿਆ ਵੀ ਰਾਸ਼ਟਰਪਤੀ ਸ਼ਾਸਨ 3 ਸਾਲ ਲਈ ਲਗਾਇਆ ਜਾ ਸਕਦਾ, ਬਟ ਇੱਥੇ ਜਿਹੜਾ ਹੈ 5 ਸਾਲ ਦਾ ਪੀਰੀਅਡ ਹੋ ਗਿਆ। ਹੁਣ ਕੌਨਸਟੀਟਿਊਸ਼ਨ ਦੇ ਵਿੱਚ ਆਪਣੇ ਤੁਹਾਨੂੰ ਪਤਾ ਹੈਗਾ ਐਕਸੈਪਸ਼ਨਸ ਹਰੇਕ ਜਗ੍ਹਾ ਤੇ ਨੇਗੀਆਂ। ਤਾਂ ਸਰਕਾਰ ਨੇ ਕਿਹਾ ਵੀ ਹਜੇ ਤੱਕ ਜਿਹੜਾ ਪੰਜਾਬ ਦੇ ਵਿੱਚ ਉਸ ਟਾਈਮ ਤੇ ਜਿਹੜਾ ਆਪਾਂ ਕਹਿ ਸਕਦੇ ਮਿਲੀਟੈਂਸੀ ਦਾ ਦੌਰ ਸੀ, ਤਾਂ ਜਿਸ ਕਰਕੇ ਜਿਹੜਾ ਹੈ 1987 ਤੋਂ 5 ਸਾਲ ਤੱਕ ਜਿਹੜੀ ਚੱਲਦੀ ਰਹਿੰਦੀ ਹੈ। ਠੀਕ ਹੈ ਜੀ, ਤੁਸੀਂ ਕਮੈਂਟ ਕਰਕੇ ਦੱਸਿਓ ਵੀ ਆਪਣੇ ਪੰਜਾਬ ਦੇ ਵਿੱਚ ਟੋਟਲ ਕਿੰਨੇ ਵਾਰ ਐਮਰਜੈਂਸੀ ਜਿਹੜੀ ਹਾਲੇ ਤੱਕ ਐਕਸਰਸਾਈਜ਼ ਕੀਤੀ ਗਈ ਹੈਗੀ ਹੈ। ਨੈਕਸਟ ਆਇਆ ਜੀ, ਹਾਊ ਮੈਨੀ ਡਿਸਟ੍ਰਿਕਟਸ ਆਫ ਪੰਜਾਬ ਸ਼ੇਅਰ ਬਾਰਡਰ ਵਿਦ ਰਾਜਸਥਾਨ। ਪੰਜਾਬ ਦੇ ਕਿੰਨੇ ਜ਼ਿਲ੍ਹੇ ਨੇ ਜਿਹੜੇ ਰਾਜਸਥਾਨ ਨਾਲ ਬਾਰਡਰ ਸ਼ੇਅਰ ਕਰਦੇ ਨੇ? ਔਰ 1, 2, 3 ਤੇ 4। ਇਸ ਦਾ ਸਹੀ ਆਂਸਰ ਹੋਏਗਾ ਜੀ ਆਪਸ਼ਨ ਨੰਬਰ ਬੀ। ਜਦੋਂ ਪੰਜਾਬ ਦਾ ਤੁਸੀਂ ਕਰਕੇ ਇੱਧਰਲੀ ਸਾਈਡ ਤੇ ਜਿਹੜਾ ਹੈ ਇੱਕ ਤਾਂ ਆ ਗਿਆ ਆਪਣਾ ਸ੍ਰੀ ਮੁਕਤਸਰ, ਇੱਧਰਲੀ ਸਾਈਡ ਤੇ ਆ ਫਾਜ਼ਿਲਕਾ। ਫਾਜ਼ਿਲਕਾ ਤੇ ਮੁਕਤਸਰ ਸਾਹਿਬ ਜਿਹੜੇ ਨੇ ਇਹ ਲੱਗਦੇ ਨੇ ਰਾਜਸਥਾਨ ਦੀ ਸਾਈਡ ਤੇ ਹੈ। ਜਿਹੜੇ ਪੰਜਾਬ ਦੇ ਜ਼ਿਲ੍ਹੇ ਨੇ ਇਹ ਬਾਉਂਡਰੀ ਦੱਸਣਾ ਜੀ ਕਮੈਂਟ ਕਰਕੇ ਦੇ ਨਾਲ ਕਿੰਨੇ
ਉਹ ਬਾਉਂਡਰੀ ਸ਼ੇਅਰ ਕਰਦੇ ਨੇ। ਨੈਕਸਟ ਕੁਐਸਚਨ ਪਰ ਚੱਲਦੇ ਹਾਂ ਜੀ। ਗੁਰੂ ਅਰਜਨ ਦੇਵ ਜੀ ਇੰਸਟਾਲਡ ਡੈਸ਼ ਐਟ ਹਰਮੰਦਰ ਸਾਹਿਬ ਇਨ ਡੈਸ਼। ਗੁਰੂ ਅਰਜਨ ਦੇਵ ਜੀ ਨੇ ਜਿਹੜਾ ਹੈ ਹਰਮੰਦਰ ਸਾਹਿਬ ਕਿਸ ਚੀਜ਼ ਦੀ ਸਥਾਪਨਾ ਜਿਹੜੀ ਹੈ ਕਦੋਂ ਕੀਤੀ? ਆਦਿ ਗ੍ਰੰਥ ਸਾਹਿਬ 1604, ਗੁਰੂ ਗ੍ਰੰਥ ਸਾਹਿਬ 1601, ਆਦਿ ਗ੍ਰੰਥ 1601, ਗੁਰੂ ਗ੍ਰੰਥ ਸਾਹਿਬ 1707। ਤਾਂ ਇਸ ਦਾ ਸਹੀ ਆਨਸਰ ਹੋਇਆ ਜੀ ਆਦਿ ਗ੍ਰੰਥ ਸਾਹਿਬ। ਆਦਿ ਗ੍ਰੰਥ ਸਾਹਿਬ ਦਾ ਤੁਹਾਨੂੰ ਪਤਾ ਜੀ ਫਸਟ 5 ਸਿੱਖ ਬਾਣੀ ਦਰਜ ਹੈਗੀ ਹੈ ਤੇ ਇਹਨੂੰ ਜਿਹੜਾ ਹੈ ਹਰਮੰਦਰ ਸਾਹਿਬ ਦੇ ਵਿੱਚ 1604 ਦੇ ਵਿੱਚ ਸਥਾਪਿਤ ਕੀਤਾ ਗਿਆ ਸੀ। ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਰਚਨਾ ਕੀਤੀ ਜਾਂਦੀ ਹੈ, ਪਹਿਲੀ ਗੱਲ ਤਾਂ ਇਹ ਗੁਰੂ ਗੋਬਿੰਦ ਸਿੰਘ ਜੀ ਦੇ ਟਾਈਮ ਤੇ ਹੁੰਦੀ ਹੈ ਜੀ, ਕਿਉਂਕਿ ਆਪਣੇ ਗੁਰੂ ਗ੍ਰੰਥ ਬਾਣੀ ਜਿਹੜੇ ਆਪਣੇ 6 ਗੁਰੂ ਦਰਜ ਹੈਗੀ ਤੇ ਇਹ ਬਾਣੀ ਨੂੰ ਇਕੱਠੀ ਕਰਨ ਦਾ ਕੰਮ ਤਾਂ ਭਾਈ ਮਨੀ। ਉਸੇ ਤਰੀਕੇ ਨਾਲ ਆਦਿ ਗ੍ਰੰਥ ਸਾਹਿਬ ਦੀ ਵੀ ਜਿਹੜੀ ਬਾਣੀ ਹੈਗੀ ਹੈ ਜੀ, ਗ੍ਰੰਥ ਸਾਹਿਬ ਜੀ ਦੀ ਜਿਹੜੀ ਬਾਣੀ ਹੈ ਇਕੱਠੀ ਅਰਜਨ ਦੇਵ ਜੀ ਨੇ, ਬਟ ਲਿਖਣ ਵਾਲੇ ਸੀਗੇ ਇੰਗਲਿਸ਼ ਵੀ ਕਹਿੰਦੇ ਨੇ ਵੀ ਲਿਖਣ ਵਾਲਾ ਬੰਦਾ, ਠੀਕ ਹੈ ਜੀ। ਤਾਂ ਆਦਿ ਗ੍ਰੰਥ ਸਾਹਿਬ ਦੇ ਸਕ੍ਰਾਈਬ ਹੈਗੇ ਸੀ ਭਾਈ ਗੁਰਦਾਸ ਜੀ ਤੇ ਗੁਰੂ ਗ੍ਰੰਥ ਸਾਹਿਬ ਦੇ ਸਕ੍ਰਾਈਬ ਹੈਗੇ ਸੀਗੇ। ਨੈਕਸਟ ਕੁਐਸਚਨ ਜੀ। ਮਹਾਨਕੋਸ਼ ਦ ਸਿੱਖ ਇਨਸਾਈਕਲੋਪੀਡੀਆ ਵਾਸ ਰਿਟਨ ਬਾਈ। ਸਿੱਖ ਇਨਸਾਈਕਲੋਪੀਡੀਆ ਕਹਿੰਦੇ ਨੇ ਪਰਸਨ ਦੀ ਰਚਨਾ ਹੈਗੀ ਭਾਈ ਵੀਰ ਸਿੰਘ, ਭਾਈ ਕਾਨ ਸਿੰਘ, ਸੰਤ ਸਿੰਘ, ਕਿਰਪਾ ਸਾਗਰ। ਤਾਂ ਇਸ ਦਾ ਸਹੀ ਆਨਸਰ ਹੋਇਆ ਜੀ ਭਾਈ ਕਾਨ ਸਿੰਘ ਨਾਭਾ। ਭਾਈ ਕਾਨ ਸਿੰਘ ਨਾਭਾ ਜੀ ਦੇ ਤੁਸੀਂ ਗੁਰਮਤਿ ਜਿਹੜਾ ਹੈ ਦੇ ਬਾਰੇ ਲਿਖ। ਨੈਕਸਟ ਹੈ ਵਿਚ ਵਨ ਆਫ ਦਾ ਫੋਲੋਇੰਗ ਇਜ਼ ਨੋਟ ਐਨ ornament ਯੂਜ਼ਡ ਬਾਈ ਪੰਜਾਬੀ। ਪੰਜਾਬ ਦੇ ਬੰਦੇ ਇਹਨਾਂ ਦੇ ਯੂਜ਼ ਨਹੀਂ ਕੀਤਾ। ਸਰਪੇਸ਼, ਗੋਕਰੂ, ਲੌਂਗ, ਤਖਤੀ। ਤਾਂ ਇਸ ਦਾ ਸਹੀ ਆਨਸਰ ਹੋਇਆ ਜੀ ਆਪਸ਼ਨ ਨੰਬਰ ਸੀ ਲੌਂਗ। ਲੌਂਗ ਤੁਸੀਂ ਮਤਲਬ ਲੜਕੀਆਂ ਦੇ ਵਿੱਚ ਵੀ ਪਾ ਲੈਂਦੀਆਂ ਨੇ, ਠੀਕ ਹੈ ਜੀ। ਕਹਿਣਾ ਹੈਗਾ who among the following was not of ਗਦਰ ਪਾਰਟੀ। ਗਦਰ ਪਾਰਟੀ ਦਾ ਇਹਨਾਂ ਦੇ ਵਿੱਚ ਪਰਸਨ ਹੈ। ਹੁਣ ਗਦਰ ਪਾਰਟੀ, ਚਲੋ ਪਹਿਲਾਂ ਇਹ ਕੁਐਸਚਨ ਸੋਲਵ ਕਰਦੇ ਹਾਂ। ਹਰਦਿਆ, ਸਰਾਭਾ, ਭਕਨਾ। ਇਸ ਦਾ ਸਹੀ ਆਪਸ਼ਨ ਨੰਬਰ ਭਗਤ ਸਿੰਘ। ਹੁਣ 1923 ਦੇ ਵਿੱਚ ਜਿਹੜਾ ਹੈ ਜੀ ਹਿੰਦੁਸਤਾਨ ਪੈਸੀਫਿਕ ਐਸੋਸੀਏਸ਼ਨ ਦੀ ਇੱਕ ਸੰਸਥਾ ਜਾਂਦੀ ਤੇ ਇਹ ਜਿਹੜੀ ਹੈਗੀ ਅਮਰੀਕਾ ਦੇ ਸੈਨ ਫਰਾਂਸਿਸਕੋ ਬਣਦੀ ਹੈ, ਠੀਕ ਹੈ ਜੀ। ਇਹ ਮੋਹਨ ਸਿੰਘ ਭਕਨਾ ਨੇ ਇਹਦੇ ਪਹਿਲੇ ਪ੍ਰੈਜ਼ੀਡੈਂਟ। ਲਾਲਾ ਹਰਦਿਆਲ ਜਿਹੜੇ ਨੇ ਬਾਅਦ ਦੇ ਵਿੱਚ ਜਾ ਕੇ ਜਿਹੜਾ ਹੈ ਕਰਤਾਰ ਸਿੰਘ ਸਰਾਭਾ ਵੀ ਤੇ ਕਰਤਾਰ ਸਿੰਘ ਸਰਾਭਾ ਤੇ ਨਹੀਂ ਚਾਹੋ ਤਾਂ ਉਹ ਵੀ, ਬਟ ਭਗਤ ਸਿੰਘ ਨੇ ਜਿਹੜੇ ਭਗਤ ਸਿੰਘ ਇਹਨਾਂ ਨੇ ਇਹ ਜੁੜੇ ਸੀਗੇ ਪਹਿਲਾਂ ਤਾਂ ਇਹਨਾਂ ਨੇ ਨੌਜਵਾਨ ਭਾਰਤ ਸਭਾ ਰਿਪਬਲਿਕਨ, ਬਾਅਦ ਦੇ ਵਿੱਚ ਨਾਮ ਬਦਲ ਕੇ ਪੈ ਗਿਆ ਹਿੰਦੁਸਤਾਨ ਸੋਸ਼ਲ ਰਿਪਬਲਿਕਨ ਐਸੋਸੀਏਸ਼ਨ। ਨੈਕਸਟ ਹੈ ਜੀ ਵਿਚ ਆਫ ਦਾ ਫੋਲੋਇੰਗ ਮੈਟ ਗੁਰੂ ਹਰਗੋਬਿੰਦ ਐਟ ਸ੍ਰੀਨਗਰ। ਗੁਰੂ ਹਰਗੋਬਿੰਦ ਸਾਹਿਬ ਜੀ ਜਿਹੜਾ ਹੈ ਕਿਹੜਾ ਬੰਦਾ ਦੇ ਵਿੱਚ ਸਮਰਥ ਰਾਮਦਾਸ, ਗੁਰੂ ਤੇਗ ਬਹਾਦਰ, ਸੰਤ ਨਾਮਦੇਵ ਜੀ, ਸੰਤ ਰਾਮਾਨੰਦ ਜੀ। ਇਸ ਦਾ ਸਹੀ ਆਨਸਰ ਹੋਇਆ ਜੀ ਸਮਰਥ ਰਾਮਦਾਸ। ਫਰਟੀਲਿਟੀ ਆਫ ਸੋਇਲ ਇਨ ਕੰਡੀ ਏਰੀਆਜ਼, ਜਿਹੜਾ ਆਪਣਾ ਪਹਾੜਾਂ ਦੇ ਨਾਲ ਵਾਲਾ ਇਲਾਕਾ ਹੈ ਜੀ, ਇਹਨੂੰ ਆਪਾਂ ਕੰਡੀ ਇਲਾਕਾ ਕਹਿੰਦੇ ਹਾਂ। ਕੰਡੀ ਇਲਾਕੇ ਦੇ ਵਿੱਚ ਜਿਹੜੀ ਪਾਈ ਜਾਂਦੀ, ਜਿਹੜੀ ਉਹ ਜ਼ਿਆਦਾ ਹੈ, ਘੱਟ ਹੈਗੀ ਹੈ, ਬਹੁਤ ਜ਼ਿਆਦਾ ਹੈਗੀ। ਤਾਂ ਇਸ ਦਾ ਸਹੀ ਇੱਥੇ ਦੀ ਜਿਹੜੀ ਫਰਟੀਲਿਟੀ ਹੈ ਉਹ ਹੈਗੀ ਹੈ। ਨੈਕਸਟ ਹੈ ਜੀ ਵਿਚ ਆਫ ਦਾ ਫੋਲੋਇੰਗ ਰਾਈਟਰਸ ਐਂਡ ਇਹਨਾਂ ਦੇ ਵਿੱਚੋਂ ਜਿਹੜਾ ਹੈ ਕਿਹੜੇ ਬੰਦੇ ਦੀ ਰਚਨਾ ਗਲਤ ਮੈਚ ਕੀਤੀ? ਢਿੱਲੂ ਮਿਰਜ਼ਾ ਸਾਹਿਬਾਂ, ਕਾਦਰ ਯਾਰ, ਹੀਰ ਰਾਂਝਾ, ਵਾਰਿਸ ਸ਼ਾਹ, ਸੋਹਣੀ ਮਹੀਬਾ। ਤਾਂ ਇਸ ਦਾ ਸਹੀ ਆਨਸਰ ਹੋਇਆ ਜੀ ਢਿੱਲੂ ਮਿਰਜ਼ਾ ਸਾਹਿਬਾਂ, ਠੀਕ ਹੈ ਜੀ। ਨੈਕਸਟ ਕੁਐਸਚਨ ਚੱਲਦੇ ਹਾਂ ਜੀ। ਪੰਜਾਬ ਯੂਨੀਵਰਸਿਟੀ ਵਾਸ ਇਸਟੈਬਲਿਸ਼ਡ ਇਨ ਵਿਚ ਦਾ ਫੋਲੋਇੰਗ ਈਅਰ। ਪੰਜਾਬ ਯੂਨੀਵਰਸਿਟੀ ਦੀ ਕਦੋਂ ਕੀਤੀ? ਤਾਂ ਇਸ ਆਪਸ਼ਨ ਨੰਬਰ ਏ ਹੈ ਜੀ 1982, 1882, 1980 ਤੇ 1880। ਯਾਦ ਰੱਖਿਓ ਜੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਾਲੀ ਦੀ ਗੱਲ ਨਹੀਂ ਕਰ ਰਹੇ, ਇਹ ਜਿਹੜੀ ਪੰਜਾਬ ਯੂਨੀਵਰਸਿਟੀ ਹੈ ਇਹ ਲਾਹੌਰ ਵਾਲੀ ਦੀ ਗੱਲ ਕਰ ਰਹੇ ਹੈਗੇ ਆ। ਜਿਹੜੀ ਚੰਡੀਗੜ੍ਹ ਵਾਲੀ ਯੂਨੀਵਰਸਿਟੀ ਹੈ ਇੱਦਾਂ ਲਿਖਦੇ ਹੈਗੇ ਪੰਜਾਬ।
ठीक है जी। ਤਾਂ ਇਸ ਦੀ ਸਥਾਪਨਾ ਕਦੋਂ ਕੀਤੀ ਗਈ ਹੈ? ਤਾਂ ਇਸ ਦਾ ਆਨਸਰ ਹੈ ਜੀ ਆਪਸ਼ਨ ਨੰਬਰ ਬੀ 1882। ਆਫਟਰ ਇੰਡੀਪੈਂਡੈਂਸ ਜਿਹੜਾ ਹੈ ਜੀ ਇਹੀ ਕਾਲਜ ਦੀ ਇੱਕ ਬ੍ਰਾਂਚ ਹੈ ਜਿਹੜੀ ਆਪਾਂ ਨੇ ਚੰਡੀਗੜ੍ਹ ਦੇ ਵਿੱਚ ਓਪਨ ਕੀਤੀ ਹੈ। ਨੈਕਸਟ ਹੈ ਜੀ ਦ ਨੋਵਲ ਡੈਸ਼ ਰਿਟਨ ਬਾਈ ਅੰਮ੍ਰਿਤਾ ਪ੍ਰੀਤਮ ਵਾਸ ਪਬਲਿਸ਼ਡ ਫਸਟ ਇਨ ਦ ਡੈਸ਼ ਈਅਰ। ਮਤਲਬ ਨਵੇਂ ਸਾਲ ਦੇ ਵਿੱਚ ਹੈ ਮਤਲਬ ਪਬਲਿਸ਼ ਕੀਤੀ। ਚਿੱਟਾ ਲਹੂ 1947, ਪਿੰਜਰ 1950, ਚਿੱਟਾ ਲਹੂ 1952 ਤੇ ਪਿੰਜਰ 19 ਤਾਂ ਪਿੰਜਰ ਤੁਹਾਨੂੰ ਪਤਾ ਹੋਏਗਾ ਜੀ ਪਿੰਜਰ ਜਿਹੜੀ ਹੈ ਮਤਲਬ ਅੰਮ੍ਰਿਤਾ ਪ੍ਰੀਤਮ ਬਟ ਇਹਦੇ ਈਅਰ ਦੀ ਪ੍ਰੋਬਲਮ ਆ ਰਹੀ ਹੈ। ਤਾਂ ਪਹਿਲੀ ਈਅਰ ਜਿਹੜਾ ਹੈਗਾ ਮਤਲਬ 47 ਤੋਂ ਬਾਅਦ ਜਿਹੜੀ ਉਹਨਾਂ ਨੇ ਰਚਨਾ ਕੀਤੀ ਉਹ ਪਿੰਜਰ ਹੀ ਕੀਤੀ। Who was the founder of ਆਲੂਵਾਲੀਆ ਮਿਸਲ ਐਂਡ he was conferred the title of। ਮਤਲਬ ਇਹਨਾਂ ਦੇ ਜਿਹੜੇ ਆਲੂਵਾਲੀਆ ਸਥਾਪਕ ਨੇਗੇ ਫਾਊਂਡਰ ਨੇਗੇ ਇਹਨਾਂ ਨੂੰ ਕੀ ਚੀਜ਼ ਦਾ ਖਿਤਾਬ ਦਿੱਤਾ? ਸਰਦਾਰ ਚੜ੍ਹਤ ਸਿੰਘ, ਸੁਲਤਾਨ ਏ ਕੌਮ, ਸਰਦਾਰ ਕਪੂਰ ਬਾਬ, ਸਰਦਾਰ ਜੱਸਾ ਸਿੰਘ, ਸੁਲਤਾਨੁਲ ਕੌਮ, ਸਰਦਾਰ ਜੈ ਸਿੰਘ ਬਾਬ। ਤਾਂ ਇਹਨਾਂ ਦੇ ਵਿੱਚੋਂ ਜਿਹੜਾ ਹੈ ਜੀ ਆਨਸਰ ਹੋਏਗਾ ਆਪਣਾ ਆਪਸ਼ਨ ਨੰਬਰ ਸਿੰਘ ਤੇ ਜੱਸਾ ਸਿੰਘ ਆਲੂਵਾਲੀਆ ਹੀ ਹੋਣਗੇ ਜਿਹੜੇ ਕਿ ਆਲੂਵਾਲੀਆ ਮਿਸਲ ਦੀ ਸਥਾਪਨਾ ਕਰਕੇ। ਇੱਕ ਜੱਸਾ ਸਿੰਘ ਰਾਮਗੜੀਆ ਹੋਣਗੇ, ਰਾਮਗੜੀਆ ਨੇ ਜਿਹੜੇ ਰਾਮਗੜੀਆ ਮਿਸਲ ਦੇ ਤੇ ਇਹਨਾਂ ਨੂੰ ਹੀ ਜਿਹੜਾ ਹੈ ਸੁਲਤਾਨੁਲ ਕੌਮ ਦਾ ਖਿਤਾਬ ਵੀ ਦਿੱਤਾ ਜਾਊਗਾ। ਠੀਕ ਹੈ ਜੀ। ਕਮੈਂਟ ਕਰਕੇ ਦੱਸਣਾ ਵੀ ਇਹਨਾਂ ਨੂੰ ਸੁਲਤਾਨੁਲ ਕੌਮ ਦਾ ਜਿਹੜਾ ਟਾਈਟਲ ਮਿਲਿਆ ਸੀ ਇਹ ਕਿਹੜੇ ਪਰਸਨ ਨੇ ਦਿੱਤਾ ਹੈਗਾ, ਕਿਉਂਕਿ ਸਿੱਖ ਮਿਸਲਾਂ ਦੇ ਬਾਰੇ ਜਦੋਂ ਆਪਾਂ ਇਤਿਹਾਸ ਦੇ ਵਿੱਚ ਪੜ੍ਹਦੇ ਹਾਂ ਤਾਂ ਇਹਨਾਂ ਦਾ ਜ਼ਿਕਰ ਕਿਤੇ ਨਾ ਕਿਤੇ ਕਾਫੀ ਵਾਰ ਆਉਂਦਾ ਹੈ। ਠੀਕ ਹੈ ਜੀ। ਸੋ ਅੱਜ ਦੇ ਸੈਸ਼ਨ ਦੇ ਵਿੱਚ ਗਾਈਜ਼ ਇੰਨਾ ਹੀ, ਮਿਲਦੇ ਹਾਂ ਜੀ ਨੈਕਸਟ ਸੈਸ਼ਨ ਦੇ ਵਿੱਚ। ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਗਿਆਨਮ ਦੇ ਡਿਜੀਟਲ ਪਲੇਟਫਾਰਮ ਤੇ ਤੁਹਾਡਾ ਸਵਾਗਤ ਹੈ ਜੀ। ਅੱਜ ਆਪਾਂ ਜੀਕੇ ਦਾ 81 ਨੰਬਰ ਦਾ ਮੌਕ ਸੋਲਵ ਕਰਨ ਲੱਗੇ ਹਾਂ। ਸ਼ੁਰੂ ਕਰਦੇ ਹਾਂ ਜੀ। ਪਹਿਲਾ ਕੁਐਸਚਨ ਆਇਆ, ਅ ਸਡਨ ਚੇਂਜ ਇਨ ਦਾ ਜੀਨ ਵਿਚ ਇਜ਼ ਹੈਰੀਟੇਬਲ ਫਰੋਮ ਵਨ ਜਨਰੇਸ਼ਨ ਟੂ ਅਦਰ ਇਜ਼ ਨੋਨ ਐਜ਼। ਬਾਇਓ ਦੇ ਵਿੱਚ ਕੀ ਹੁੰਦਾ ਜੀ, ਜੀਨਸ ਦੀ ਬਾਰੇ ਗੱਲ ਕਰਦੇ ਆ ਵੀ ਜੀਨਸ ਦੀ ਜਿਹੜਾ ਹੈਗਾ ਇੱਕੋ ਦਮ ਚੇਂਜ ਆਉਂਦਾ ਹੈਗਾ। ਇਹ ਜਿਹੜਾ ਹੈਗਾ ਵਿਚ ਇਜ਼ ਹੈਰੀਟੇਬਲ ਮਤਲਬ ਜਿਹੜਾ ਹੈਗਾ ਵੀ ਆਪਾਂ ਆਪਣੇ ਫਾਦਰਸ ਤੋਂ ਮਤਲਬ ਆਪਾਂ ਕਹਿੰਦੇ ਹਾਂ ਕਿ ਕੁਝ ਚੀਜ਼ਾਂ ਜਿਹੜੀਆਂ ਨੇਗੀਆਂ ਇਨਹੈਰਿਟ ਦੇ ਵਿੱਚ ਮਿਲਦੀਆਂ ਨੇਗੀਆਂ, ਜਿਵੇਂ ਆਪਾਂ ਕਹਿੰਦੇ ਹਾਂ ਆਪਾਂ ਮਾਤਾ ਪਿਤਾ ਵਰਗੇ ਲੱਗਦੇ ਹੁੰਦੇ ਹਾਂ। ਠੀਕ ਹੈ ਜੀ। ਤਾਂ ਫਰੋਮ ਵਨ ਜਨਰੇਸ਼ਨ ਟੂ ਅਦਰ ਇਜ਼ ਨੋਨ ਐਜ਼ ਵੇਰੀਏਸ਼ਨ, ਕਲੋਨਿੰਗ, ਟੋਟੀਪੋਟੈਂਸੀ ਤੇ ਮਿਊਟੇਸ਼ਨ। ਤਾਂ ਇਸ ਦਾ ਸਹੀ ਆਨਸਰ ਹੈ ਜੀ ਮਿਊਟੇਸ਼ਨ। ਮਿਊਟੇਸ਼ਨ ਬੇਸਿਕਲੀ ਹੁੰਦਾ ਹੈਗਾ ਵੀ ਜਦੋਂ ਜੀਨਸ ਇੱਕ ਤਰੀਕੇ ਦੇ ਨਾਲ ਹੀ ਜਿਹੜਾ ਹੈ ਇੱਕ ਤੋਂ ਦੂਜੇ ਤਰੀਕੇ ਦੇ ਨਾਲ ਮਿਊਟੇਟ ਕਰਨ ਲੱਗ ਜਾਂਦੇ ਨੇ। ਜਿਵੇਂ ਕਰੋਨਾ ਦੇ ਟਾਈਮ ਤੇ ਤੁਸੀਂ ਸੁਣਿਆ ਹੋਗਾ, ਕਰੋਨਾ ਦੇ ਜਿਹੜੇ ਵਾਇਰਸ ਦੇ ਵਿੱਚ ਆਪਣੇ ਜਿਹੜੇ ਜੀਨਸ ਆ ਜਾਂਦੇ ਸੀਗੇ ਉਹ ਇੱਕ ਦੂਜੇ ਨਾਲ ਰਿਐਕਟ ਕਰਨਾ ਸ਼ੁਰੂ ਕਰ ਦਿੰਦੇ ਸੀ, ਜਿਹਦੇ ਕਰਕੇ ਕੀ ਹੈ ਫਿਰ ਸਡਨ ਚੇਂਜ ਆ ਜਾਂਦਾ ਹੈਗਾ। ਠੀਕ ਹੈ ਜੀ। ਵਿਚ ਆਫ ਦਾ ਫੋਲੋਇੰਗ ਇਜ਼ ਦਾ ਫਸਟ ਕੈਲਕੂਲੇਟਿੰਗ ਡਿਵਾਈਸ? ਅਬੇਕਸ, ਕੈਲਕੂਲੇਟਰ, ਟਰਨਿੰਗ ਮਸ਼ੀਨ, ਟੈਸਕਾ ਲਾਈਨ। ਇਸ ਦਾ ਆਨਸਰ ਹੋਇਆ ਜੀ ਅਬੇਕਸ। ਅਬੇਕਸ ਕੀ ਹੈ ਜੀ, ਤੁਸੀਂ ਇੱਦਾਂ ਇੱਦਾਂ ਦੇ ਕਰਕੇ ਮਤਲਬ ਉਹ ਇਹ ਤੇ ਬੋਲਾਂ ਜਿਹੀਆਂ ਲੱਗੀਆਂ ਹੁੰਦੀਆਂ ਨੇ ਹਨਾ ਜੀ, ਮਤਲਬ ਬੱਚਿਆਂ ਨੂੰ ਸਟੱਡੀ ਕਰਾਉਣ ਦੇ ਲਈ ਜਿਹੜਾ ਆਪਾਂ ਦੇਖਦੇ ਹੈਗੇ ਵੀ 5 ਇੱਧਰ ਕਰਤੀਆਂ 4 ਇੱਧਰ ਕਰਤੀਆਂ ਹੈਗੀਆਂ ਨੇ ਤਾਂ ਉਹਨੂੰ ਅਬੇਕਸ ਕਹਿ ਦਿੰਦੇ ਨੇਗੇ। ਤਾਂ ਅਬੇਕਸ ਹੈ ਜਿਹੜਾ ਇਸ ਦਾ ਸਹੀ ਆਨਸਰ ਆਇਆ। ਨੈਕਸਟ ਕੁਐਸਚਨ ਜੀ, ਹੂ ਅਮੰਗ ਦਾ ਫੋਲੋਇੰਗ ਕੰਸੀਡਰਡ ਐਜ਼ ਦਾ ਫਾਦਰ ਆਫ ਆਰਟੀਫਿਸ਼ੀਅਲ ਇੰਟੈਲੀਜੈਂਸ? ਫਾਦਰ ਆਫ ਕੰਪਿਊਟਰ ਨਹੀਂ ਪੁੱਛਿਆ ਹੈ ਜੀ, ਫਾਦਰ ਆਫ ਆਰਟੀਫਿਸ਼ੀਅਲ ਇੰਟੈਲੀਜੈਂਸ। ਤਾਂ ਇਸ ਦਾ ਆਪਸ਼ਨ ਨੇ ਚਾਰਲਸ ਬੇਬੇਜ, ਲੀ ਡੀ ਫੋਰੈਸਟ, ਜੌਨ ਮੈਕਾਰਥੀ, ਜੇ.ਪੀ. ਐਕਟ। ਤਾਂ ਇਸ ਦਾ ਸਹੀ ਆਨਸਰ ਹੈ ਜੀ ਜੌਨ ਮੈਕਾਰਥੀ। ਆਰਟੀਫਿਸ਼ੀਅਲ ਇੰਟੈਲੀਜੈਂਸ ਤੁਸੀਂ ਚੈਟ ਜੀਪੀਟੀ ਹੋ ਗਿਆ ਜਾਂ ਕਈ ਤਰ੍ਹਾਂ ਦੇ ਹੁਣ ਅੱਜ ਕੱਲ੍ਹ ਹਰੇਕ ਚੀਜ਼ ਦੇ ਵਿੱਚ ਤੁਹਾਨੂੰ AI ਦੇਖਣ ਨੂੰ ਮਿਲ ਰਿਹਾ ਹੈਗਾ। ਠੀਕ ਹੈ ਜੀ। ਤਾਂ ਉਸਦੇ ਫਾਦਰ ਨੇ ਆਪਸ਼ਨ ਨੰਬਰ ਸੀ। ਅਗਲਾ ਕੁਐਸਚਨ ਜੀ, ਹੂ ਅਮੰਗ ਦਾ ਫੋਲੋਇੰਗ ਹੈਡ ਸਟਾਰਟਡ ਦਾ ਨਿਊਜ਼ਪੇਪਰ ਟਾਈਟਲ ਸੁਧਾਰਕ? ਇਹਨਾਂ ਦੇ ਵਿੱਚੋਂ ਕਿਹੜੇ ਪਰਸਨ ਨੇ ਜਿਹੜਾ ਹੈ ਜੀ ਸੁਧਾਰਕ ਨਾਮ ਦਾ ਅਖਬਾਰ ਸ਼ੁਰੂ ਕੀਤਾ ਸੀ? ਮਹਾਦੇਵ ਗੋਵਿੰਦ ਰਨਾਦੇ, ਬਾਲ ਗੰਗਾਧਰ ਤਿਲਕ, ਗੋਪਾਲ ਕ੍ਰਿਸ਼ਨ ਗੋਖਲੇ, ਗੋਪਾਲ ਗਣੇਸ਼ ਅਗਰਕਰ। ਤਾਂ ਇਸ ਦਾ ਸਹੀ ਆਨਸਰ ਹੋਇਆ ਜੀ ਆਪਸ਼ਨ ਨੰਬਰ ਡੀ, ਗੋਪਾਲ ਗਣੇਸ਼ ਅਗਰਕਰ। ਬਾਲ ਗੰਗਾਧਰ ਤਿਲਕ ਦੇ ਜਿਹੜਾ ਹੈ ਜੀ ਕੇਸਰੀ ਤੇ ਮਹਾਰਤ ਕਰਕੇ ਆ ਜਾਂਦੇ ਨੇਗੇ। ਮਹਾਰਤ ਜਾਂ ਮਹਾਰਤਾ ਕਹਿ ਦਿੰਦੇ ਨੇਗੇ। ਤੇ ਗੋਪਾਲ ਕ੍ਰਿਸ਼ਨ ਗੋਖਲੇ ਦੇ ਜਿਹੜਾ ਹੈਗਾ ਜੀ, ਗੋਪਾਲ ਕ੍ਰਿਸ਼ਨ ਗੋਖਲੇ ਨੇ ਵੀ ਕਈ ਚਲਾਏ ਸੀਗੇ ਤੇ ਇਹਨਾਂ ਦੇ ਅੰਡਰ ਜਿਹੜਾ ਹੈ ਫਿਰ ਨਿਊ ਲੈਂਪਸ ਫॉर ओल्ड ਕਰਕੇ ਜਿਹੜਾ ਹੈ ਔਰ ਬਿੰਦੂ ਘੋਸ਼ ਦੇ ਅੰਦਰ ਕਾਫੀ ਜ਼ਿਆਦਾ ਪਪੂਲਰ ਹੁੰਦੇ ਨੇਗੇ। ਨੈਕਸਟ ਕੁਐਸਚਨ, ਯੂਨੀਅਨ ਮਿਨਿਸਟਰੀ ਆਫ ਰੋਡ ਐਂਡ ਟਰਾਂਸਪੋਰਟ ਹਾਈਵੇ ਇੰਟਰੋਡਿਊਸ ਭਾਰਤ ਸੀਰੀਜ਼ ਫॉर ਵਹੀਕਲਸ ਫॉर ਵਟ ਪਰਪਸ? ਤੁਸੀਂ ਦੇਖਿਆ ਹੋਊਗਾ ਜੀ ਅੱਜ ਦੀ ਡੇਟ ਦੇ ਵਿੱਚ ਜਿਵੇਂ ਆਪਣੇ ਨੰਬਰ ਹੁੰਦੇ ਨੇ ਨਾ, ਨੰਬਰ ਜਿਹੜੇ ਨੇਗੇ ਉਹ ਭਾਰਤ ਮਤਲਬ ਜਿਵੇਂ ਪਹਿਲਾਂ ਲਿਖਿਆ ਹੁੰਦਾ ਸੀ ਪੰਜਾਬ, ਹਰਿਆਣਾ ਐਵੇਂ ਲਿਖਿਆ ਹੁੰਦਾ ਸੀ ਨੰਬਰ ਪਲੇਟਾਂ ਤੇ, ਬਟ ਹੁਣ ਜਿਹੜਾ ਹੈਗਾ BH ਸੀਰੀਜ਼ ਵਾਲੇ ਨੰਬਰ ਨੇ ਜਿਹੜੇ ਇਹ ਨੰਬਰ ਪਲੇਟਾਂ ਜਿਹੜੀਆਂ ਨੇਗੀਆਂ ਤੁਹਾਨੂੰ ਜਲਦੀ ਮਤਲਬ ਇੰਟਰੋਡਿਊਸ ਕੀਤੀਆਂ ਨੇ ਸਰਕਾਰ ਨੇ। ਇਹਨਾਂ ਨੂੰ ਚਲਾਉਣ ਦਾ ਪਰਪਸ ਕੀ ਹੈ? ਟੂ ਫੈਸਿਲਿਟੇਟ separate registration of Bharat 5 compliant vehicles, to facilitate interstate transfer of vehicles, to develop an all India database of the vehicles, to maintain a database of scrapped vehicles।
मतलब ਕੀ ਹੋਇਆ ਜੀ, ਇਹਦੇ ਵਿੱਚ ਆ ਗਿਆ ਵੀ ਆਪਾਂ ਨੇ ਰਜਿਸਟ੍ਰੇਸ਼ਨ ਨੂੰ ਵੱਖ ਕਰਨਾ ਹੈਗਾ, ਜੇ ਇੱਕ ਸਟੇਟ ਤੋਂ ਦੂਜੀ ਸਟੇਟ ਦੇ ਵਿੱਚ ਕਿਸੇ ਵਹੀਕਲ ਨੂੰ ਆਪਾਂ ਟਰਾਂਸਫਰ ਕਰ ਰਹੇ ਹੈਗੇ ਜਾਂ ਵੇਚ ਰਹੇ ਹੈਗੇ ਉਸ ਨੂੰ ਦੇਖਣਾ ਹੈਗਾ। ਤੀਜਾ ਹੋ ਗਿਆ ਵੀ ਆਪਾਂ ਸਾਰੇ ਸਾਧਨਾਂ ਦਾ ਜਿਹੜਾ ਹੈ ਡਾਟਾਬੇਸ ਤਿਆਰ ਕਰਨਾ, ਤੇ ਚੌਥਾ ਹੋ ਗਿਆ ਵੀ ਜਿਹੜੇ ਆਪਾਂ ਸਕ੍ਰੈਪ ਕਬਾੜ ਦੇ ਵਿੱਚ ਕੱਢਤੇ ਉਹਨਾਂ ਦਾ ਡਾਟਾ ਰੱਖਣਾ। ਤਾਂ ਇਸ ਦਾ ਸਹੀ ਆਨਸਰ ਹੈ ਆਪਸ਼ਨ ਨੰਬਰ ਬੀ, ਇੰਟਰ ਸਟੇਟ ਟਰਾਂਸਫਰ। ਕਿਉਂਕਿ ਹੁਣ ਹਰਿਆਣੇ ਦੀ ਜੇ ਗੱਡੀ ਪੰਜਾਬ 'ਚ ਜਾਂਦੀ ਹੈ ਤਾਂ ਫਿਰ ਉਹਨਾਂ ਨੂੰ ਉੱਧਰ ਰਜਿਸਟਰ ਕਰਾਉਣਾ ਪੈਂਦਾ, ਕਿਤੇ ਨਾ ਕਿਤੇ ਜਿਹੜਾ ਹੈ ਕਸਟਮਰ 'ਤੇ ਜ਼ਿਆਦਾ ਬਰਡਨ ਪੈਂਦਾ ਹੈਗਾ। ਤਾਂ ਇਸ ਚੀਜ਼ਾਂ ਦੀ ਫੈਸਿਲਿਟੀ ਨੂੰ ਥੋੜ੍ਹਾ ਈਜ਼ੀ ਕਰਨ ਦੇ ਲਈ ਜਿਹੜਾ ਹੈ BH ਨਾਮ ਦੀ ਸੀਰੀਜ਼ ਨੂੰ ਸ਼ੁਰੂ ਕੀਤਾ ਗਿਆ। Which of the following movement inspired the Sardar Vallabhbhai Patel to become a follower of Gandhi ji? ਇਹਨਾਂ ਦੇ ਵਿੱਚੋਂ ਕਿਹੜੀ ਘਟਨਾ ਤੋਂ ਬਾਅਦ ਜਿਹੜਾ ਹੈ ਵੱਲਭ ਭਾਈ ਪਟੇਲ ਮਹਾਤਮਾ ਗਾਂਧੀ ਦੇ ਇੱਕ ਫੋਲੋਅਰ ਬਣਦੇ ਨੇ? ਖੇੜਾ ਸੱਤਿਆਗ੍ਰਹਿ, ਚੰਪਾਰਨ ਸੱਤਿਆਗ੍ਰਹਿ, ਸਾਲਟ ਸੱਤਿਆਗ੍ਰਹਿ, ਖਾਦੀ ਸੱਤਿਆਗ੍ਰਹਿ। ਤਾਂ ਇਸ ਦਾ ਸਹੀ ਆਨਸਰ ਹੋਇਆ ਜੀ ਖੇੜਾ ਸੱਤਿਆਗ੍ਰਹਿ। ਖੇੜਾ ਸੱਤਿਆਗ੍ਰਹਿ ਹੋਇਆ ਜੀ 1918 ਦੇ ਵਿੱਚ। ਖੇੜਾ ਜਿਹੜਾ ਹੈ ਗੁਜਰਾਤ ਦੇ ਡਿਸਟ੍ਰਿਕਟ ਦਾ ਨਾਮ ਹੈ ਜੀ, ਤੇ ਇਹਦੇ ਵਿੱਚ ਕੀ ਸੀਗਾ, ਇੱਥੇ ਜਿਹੜਾ ਹੈ ਆਪਣੀ ਫਸਲ ਦੀ ਜਿਹੜੀ ਹੁੰਦੀ ਹੈ ਨਾ ਡਰੋਟ ਆਉਣ ਕਰਕੇ ਜਿਹੜਾ ਹੈ, ਜਿਹਦੇ ਕਰਕੇ ਕੀ ਹੈਗੀ ਫਸਲ ਆਪਣੀ ਘੱਟ ਪੈਦਾ ਹੁੰਦੀ ਹੈਗੀ ਹੈ। ਤੇ ਅੰਗਰੇਜ਼ਾਂ ਨੇ ਇੱਥੇ ਇੱਕ ਕਾਨੂੰਨ ਪਾਸ ਕੀਤਾ ਸੀ, ਉਹਨਾਂ ਨੇ ਕਿਹਾ ਵੀ ਜੇ 33% ਤੋਂ ਜ਼ਿਆਦਾ ਵੀ ਜੇ ਆਪਣੀ 1/4 ਤੋਂ ਮਤਲਬ 1/4 ਤੋਂ ਜੇ ਪ੍ਰੋਡਕਸ਼ਨ ਘੱਟ ਹੋਵੇ ਤਾਂ ਜਿਹੜਾ ਹੈ ਟੈਕਸ ਦੇਣ ਤੋਂ ਮਾਫੀ ਦਿੱਤੀ ਜਾਊਗੀ। ਬਟ ਜਿਹੜੀ ਪ੍ਰੋਡਕਸ਼ਨ ਹੁੰਦੀ ਹੈ ਨੀਅਰ ਅਬਾਊਟ 30 to 35% ਹੁੰਦੀ ਹੈ, ਜਿਹਦੇ ਕਰਕੇ ਕੀ ਹੈ ਇੱਥੇ ਫਿਰ ਕਿਸਾਨ ਇਹਦਾ ਅੰਦੋਲਨ ਦਾ ਮਤਲਬ ਪਾਰਟੀਸਪੇਟ ਕਰਦੇ ਨੇ, ਜਿਨ੍ਹਾਂ ਦੀ ਅਗਵਾਈ ਜਿਹੜਾ ਹੈ ਖੇੜਾ ਸੱਤਿਆਗ੍ਰਹਿ ਦੇ ਵਿੱਚ ਮਹਾਤਮਾ ਗਾਂਧੀ ਨੇ ਕੀਤੀ। ਠੀਕ ਹੈ ਜੀ। ਤੇ ਚੰਪਾਰਨ ਸੱਤਿਆਗ੍ਰਹਿ ਤਾਂ ਬਿਹਾਰ ਦਾ ਸੀਗਾ, ਬਿਹਾਰ ਦੇ ਵਿੱਚ ਜਿਹੜਾ ਇੰਡੀਗੋ ਦੀ ਕਲਟੀਵੇਸ਼ਨ ਕਰਕੇ ਜਿਹੜਾ ਹੁੰਦਾ ਹੈਗਾ। ਤੇ ਬਾਅਦ ਦੇ ਵਿੱਚ ਸਾਲਟ ਸੱਤਿਆਗ੍ਰਹਿ ਜਿਹੜਾ ਸਾਲਟ ਮਾਰਚ ਕਹਿੰਦੇ ਹੈਗੇ, ਉਹ ਤਾਂ ਜਾ ਕੇ ਫਿਰ 1929 ਦੇ ਵਿੱਚ 1929-30 ਦੇ ਵਿੱਚ ਜਿਹੜਾ ਸਿਵਲ ਡਿਸਓਬੀਡੀਐਂਸ ਦੀ ਸ਼ੁਰੂਆਤ ਦੇ ਵਿੱਚ ਬਣਦਾ ਹੈ। ਫਾਰਵਰਡ ਬਲੋਕ ਵਾਜ਼ ਇਸਟੈਬਲਿਸ਼ਡ ਇਨ ਵਿਚ ਆਫ ਦਾ ਫੋਲੋਇੰਗ ਈਅਰ? ਫਾਰਵਰਡ ਬਲੋਕ ਇਹਨਾਂ ਦੇ ਵਿੱਚੋਂ ਕਿਹੜੇ ਸਾਲ 'ਚ ਬਣਾਇਆ ਗਿਆ? 39, 41, 42, 45। ਤਾਂ ਇਸ ਦਾ ਸਹੀ ਆਨਸਰ ਹੈ ਜੀ 1939। 1938 ਤੇ 39 ਦੇ ਵਿੱਚ ਜਿਹੜਾ ਹੈ ਜੀ ਆਪਣੇ ਜਿਹੜੇ ਕਾਂਗਰਸ ਦੇ ਹੈੱਡ ਸੀਗੇ ਉਹਨਾਂ ਦਾ ਨਾਮ ਸੀ ਸੁਭਾਸ਼ ਚੰਦਰ ਬੋਸ। ਠੀਕ ਹੈ ਜੀ। ਇੱਕ ਸੈਸ਼ਨ ਹੋਇਆ ਆਪਣਾ ਹਰੀਪੁਰਾ ਸੈਸ਼ਨ, ਦੂਜਾ ਸੈਸ਼ਨ ਹੋਇਆ ਜੀ ਆਪਣਾ ਤ੍ਰਿਪੁਰੀ ਸੈਸ਼ਨ। ਠੀਕ ਹੈ ਜੀ। ਤਾਂ 1939 ਦੇ ਵਿੱਚ ਸੁਭਾਸ਼ ਚੰਦਰ ਬੋਸ ਨੇ ਕਾਂਗਰਸ ਦੇ ਪ੍ਰਧਾਨ ਦੇ ਵਜੋਂ ਚੁਣੇ ਗਏ, ਤੇ ਉਸ ਤੋਂ ਬਾਅਦ ਜਿਹੜਾ ਹੈ ਉਹਨਾਂ ਨੇ ਇੱਕ ਫਾਰਵਰਡ ਬਲੋਕ ਬਣਾਇਆ ਸੀਗਾ, ਕਾਂਗਰਸ ਦੇ ਵਿਧੀ ਨੇ ਬਣਾਇਆ ਸੀਗਾ। ਨੈਕਸਟ ਹੈ ਜੀ ਇੰਟਰਨੈਸ਼ਨਲ ਮੋਨਿਟਰੀ ਫੰਡ has made an allocation of special drawing rights 12.57 billion to India. Who represent India on the board of governor of the IMF? IMF ਨੇ ਇੰਡੀਆ ਨੂੰ 12.57 ਬਿਲੀਅਨ ਡਾਲਰ ਦਾ ਲੋਨ ਦਿੱਤਾ ਹੈਗਾ, ਤੇ ਭਾਰਤ ਦੇ ਵੱਲੋਂ IMF ਦਾ ਜਿਹੜਾ ਬੋਰਡ ਆਫ ਗਵਰਨਰ ਹੈ ਉਹਦੇ ਵਿੱਚ ਭਾਰਤ ਦੀ ਅਗਵਾਈ ਕੌਣ ਬੰਦਾ ਕਰਦਾ ਹੈਗਾ? RBI ਦਾ ਗਵਰਨਰ, ਫਾਈਨੈਂਸ ਮਿਨਿਸਟਰ, ਕਮਰਸ ਮਿਨਿਸਟਰ, ਚੀਫ ਆਫ ਨੀਤੀ ਆਯੋਗ। ਤਾਂ ਇਸ ਦਾ ਸਹੀ ਆਨਸਰ ਹੋਇਆ ਜੀ ਫਾਈਨੈਂਸ ਮਿਨਿਸਟਰ। ਇੱਕ ਚੀਜ਼ ਯਾਦ ਰੱਖਣਾ ਜੀ, ਬੋਰਡ ਆਫ ਡਾਇਰੈਕਟਰ ਦੇ ਵਿੱਚ ਹਰੇਕ ਕੰਟਰੀ ਤੋਂ ਜਿਹੜਾ ਹੈ 2 ਬੰਦੇ ਜਾਣਗੇ। ਜਿਹੜਾ ਮੇਨ ਪ੍ਰੈਸੀਡੈਂਟ ਹੋਊਗਾ ਉਹ ਤਾਂ ਹੋਊਗਾ ਫਾਈਨੈਂਸ ਮਿਨਿਸਟਰ, ਜੇ ਵਾਈਸ ਪ੍ਰੈਸੀਡੈਂਟ ਪੁੱਛਿਆ ਜਾਵੇ ਜਾਂ ਮਤਲਬ ਇਹਦੇ ਅੰਡਰ ਪੁੱਛਿਆ ਜਾਵੇ ਤਾਂ ਉਸ ਟਾਈਮ ਤੇ ਆਊਗਾ ਗਵਰਨਰ ਆਫ RBI। ਠੀਕ ਹੈ ਜੀ। ਨੈਕਸਟ ਹੈ ਵਿਚ ਆਫ ਦ ਫੋਲੋਇੰਗ ਸਟੇਟਸ ਹੈਜ਼ ਹਾਈਐਸਟ ਪੋਪੂਲੇਸ਼ਨ ਡੈਂਸਿਟੀ? ਇਹਨਾਂ ਦੇ ਵਿੱਚੋਂ ਕਿਹੜੀ ਰਾਜ ਦੇ ਵਿੱਚ ਸਭ ਤੋਂ ਜ਼ਿਆਦਾ ਪੋਪੂਲੇਸ਼ਨ ਡੈਂਸਿਟੀ ਹੈ? ਮਹਾਰਾਸ਼ਟਰ, ਬਿਹਾਰ, ਵੈਸਟ ਬੰਗਾਲ, UP। ਤਾਂ ਇਸ ਦਾ ਸਹੀ ਆਨਸਰ ਹੋਇਆ ਜੀ ਬਿਹਾਰ। ਡੈਂਸਿਟੀ ਹੁੰਦਾ ਜੀ 1 ਕਿਲੋਮੀਟਰ ਸਕੁਅਰ ਦੇ ਵਿੱਚ ਕਿੰਨੀ ਜ਼ਿਆਦਾ ਆਬਾਦੀ ਰਹਿ ਰਹੀ ਹੈਗੀ ਹੈ। ਠੀਕ ਹੈ ਜੀ। ਤਾਂ 1 ਸਕੁਅਰ ਕਿਲੋਮੀਟਰ ਦੇ ਵਿੱਚ ਕਿਲੋਮੀਟਰ ਸਕੁਅਰ ਦੇ ਵਿੱਚ ਜਿਹੜਾ ਹੈ ਮਤਲਬ ਸਭ ਤੋਂ ਜ਼ਿਆਦਾ ਲੋਕ ਬਿਹਾਰ ਦੇ ਵਿੱਚ ਰਹਿ ਰਹੇ ਨੇ। ਨੈਕਸਟ ਕੁਐਸਚਨ, ਮਿਸ ਹਰਸ਼ਾ ਭੁਪਿੰਦਰ ਬੰਗਾਰੀ ਹੈਜ਼ ਅਪਾਇੰਟਡ ਐਜ਼ ਦਾ ਨਿਊ ਮੈਨੇਜਿੰਗ ਡਾਇਰੈਕਟਰ ਆਫ ਵਿਚ ਆਫ ਦਾ ਫੋਲੋਇੰਗ ਫਾਈਨੈਂਸ਼ੀਅਲ ਇੰਸਟੀਟਿਊਸ਼ਨ? ਭੁਪਿੰਦਰ ਭੰਡਾਰੀ ਜਿਹੜੇ ਨੇ ਜੀ ਇਹਨਾਂ ਨੂੰ ਕਿਹੜੇ ਬੈਂਕ ਦਾ ਮੈਨੇਜਿੰਗ ਡਾਇਰੈਕਟਰ ਬਣਾਇਆ ਗਿਆ? ਨਾਬਾਰਡ, ਸਿਟਬੀ, ਨੈਸ਼ਨਲ ਹਾਊਸਿੰਗ ਬੈਂਕ, ਐਗਜ਼ਿਮ ਬੈਂਕ। ਤਾਂ ਇਸ ਦਾ ਸਹੀ ਆਨਸਰ ਹੈ ਜੀ ਆਪਸ਼ਨ ਨੰਬਰ ਡੀ, ਐਗਜ਼ਿਮ ਬੈਂਕ। ਵਿਚ ਆਫ ਦਾ ਫੋਲੋਇੰਗ ਹਿਲ ਸਟੇਸ਼ਨਸ ਰੈਫਰ ਟੂ ਐਜ਼ ਕੁਈਨ ਆਫ ਸਤਪੁਰਾ? ਕੁਈਨ ਆਫ ਸਤਪੁਰਾ ਜਿਹੜਾ ਹੈ ਮਤਲਬ ਕਿਹੜੇ ਇਹਨਾਂ ਦੇ ਵਿੱਚੋਂ ਪਹਾੜੀ ਹੈਗੀ ਹੈ ਜਿਹਨੂੰ ਆਪਾਂ ਕੀ ਹੈ ਕੁਈਨ ਆਫ ਸਤਪੁਰਾ ਵੀ ਕਹਿੰਦੇ ਆ? ਅਮਰਕੰਟਕ, ਪਚਮੜੀ, ਯੂਸਮਾਰਗ, ਪਾਲਮਪੁਰ। ਤਾਂ ਇਸ ਦਾ ਸਹੀ ਆਨਸਰ ਹੋਇਆ ਜੀ ਪਚਮੜੀ। ਇੰਡੀਆ ਦੇ ਸੈਂਟਰ ਦੇ ਵਿੱਚ ਜਿਹੜਾ ਹੈ ਜੀ ਇੱਥੇ ਨਰਮਦਾ ਦੀਆਂ ਪਹਾੜੀਆਂ ਨੇ, ਇੱਥੇ ਸਤਪੁਰਾ ਦੀਆਂ ਪਹਾੜੀਆਂ ਨੇ ਹੈਗੀਆਂ। ਠੀਕ ਹੈ। ਤੇ ਇਹ ਇੰਡੀਆ ਦੇ ਵਿੱਚ ਬਲੌਕ ਮਾਊਂਟੇਨਸ ਦੀ ਐਗਜ਼ਾਮਪਲ ਨੇ। ਉੱਪਰਲੀਆਂ ਨਰਮਦਾ ਦੀਆਂ ਉੱਪਰਲੀ ਪਹਾੜੀਆਂ ਦਾ ਨਾਮ ਹੈ ਵਿੰਧਿਆ ਮਾਊਂਟੇਨਸ, ਨਿਚਲੀਆਂ ਪਹਾੜੀਆਂ ਦਾ ਨਾਮ ਹੈ ਸਤਪੁਰਾ ਮਾਊਂਟੇਨਸ। ਤੇ ਇਹਨਾਂ ਦੇ ਵਿੱਚੋਂ ਇੱਕ ਰਿਵਰ ਚੱਲਦੀ ਹੈ, ਉਹਦਾ ਨਾਮ ਹੈਗਾ ਨਰਮਦਾ ਰਿਵਰ। ਠੀਕ ਹੈ ਜੀ। ਤੁਸੀਂ ਕਮੈਂਟ ਕਰਕੇ ਦੱਸਣਾ ਵੀ ਨਰਮਦਾ ਦੀ ਸਭ ਤੋਂ ਉੱਚੀ ਚੋਟੀ ਕਿਹੜੀ ਹੈ ਤੇ ਸਤਪੁਰਾ ਦੀ ਉੱਚੀ ਚੋਟੀ ਕਿਹੜੀ ਹੈ, ਵਿੰਧਿਆ ਦੀ ਸਭ ਤੋਂ ਉੱਚੀ ਤੇ ਸਤਪੁਰਾ ਦੀ ਹਾਈਐਸਟ ਪੀਕ ਕਿਹੜੀ ਹੈਗੀ ਹੈ? ਇਕਬਾਲ ਸਿੰਘ ਲਾਲਪੁਰਾ ਰਿਟਾਇਰਡ IPS ਆਫੀਸਰ ਆਫ ਪੰਜਾਬ ਕੈਡਰ ਹੈਜ਼ ਬੀਨ ਅਪਾਇੰਟਡ ਐਜ਼ ਚੇਅਰਪਰਸਨ ਆਫ ਵਿਚ ਆਫ ਦਾ ਅਪੈਕਸ ਬੋਡੀ? ਜਿਹੜੇ ਇਕਬਾਲ ਸਿੰਘ ਲਾਲਪੁਰਾ ਜਿਹੜੇ ਪੰਜਾਬ ਤੋਂ IPS ਆਫੀਸਰ ਰਿਟਾਇਰ ਹੋਏ ਨੇ, ਇਹਨਾਂ ਨੂੰ ਕਿਹੜੀ ਚੀਜ਼ ਦਾ ਜਿਹੜਾ ਹੈ ਮਤਲਬ ਚੇਅਰਪਰਸਨ ਬਣਾਇਆ ਗਿਆ? ਨੈਸ਼ਨਲ ਕਮਿਸ਼ਨ ਫॉर ਸ਼ਡਿਊਲ ਕਾਸਟ, ਨੈਸ਼ਨਲ ਕਮਿਸ਼ਨ ਫॉर ਮਾਈਨੋਰਿਟੀਜ਼, ਨੈਸ਼ਨਲ ਕਮਿਸ਼ਨ ਫॉर ਟ੍ਰਾਈਬਲਸ, ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ। ਤਾਂ ਇਸ ਦਾ ਸਹੀ ਆਨਸਰ ਹੋਇਆ ਜੀ ਨੈਸ਼ਨਲ ਕਮਿਸ਼ਨ ਫॉर ਮਾਈਨੋਰਿਟੀਜ਼। ਠੀਕ ਹੈ ਜੀ। ਨੈਕਸਟ ਆਇਆ ਅੰਡਰ ਵਿਚ ਆਰਟੀਕਲ ਆਫ ਇੰਡੀਅਨ ਕਨਸਟੀਟਿਊਸ਼ਨ ਹਿੰਦੀ ਇਨ ਦੇਵਨਾਗਰੀ ਸਕ੍ਰਿਪਟ ਵਾਜ਼ ਅਡਾਪਟਡ ਐਜ਼ ਇੰਡੀਆਜ਼ ਆਫੀਸ਼ੀਅਲ ਲੈਂਗੁਏਜ? ਭਾਰਤ ਦੇ ਸੰਵਿਧਾਨ ਦੇ ਕਿਹੜੇ ਆਰਟੀਕਲ ਦੇ ਵਿੱਚ
ਜਿਹੜਾ ਹੈ ਹਿੰਦੀ ਨੂੰ ਜਿਹੜਾ ਹੈ ਆਪਣੀ ऑफिशियल लैंग्वेज ਦਾ ਜਿਹੜਾ ਹੈ ਸਟੇਟਸ ਮਿਲਿਆ ਹੋਇਆ ਹੈਗਾ। 126, 143, 267, 343। ਤਾਂ ਇਸ ਦਾ ਸਹੀ ਆਨਸਰ ਹੋਇਆ ਜੀ ਆਪਸ਼ਨ ਨੰਬਰ ਡੀ 343। 126 ਹੁਣ ਤੁਹਾਨੂੰ ਪਤਾ ਹੋਊਗਾ ਜੀ 124 ਤੋਂ 147 ਤੱਕ ਤਾਂ ਆਪਣੀ ਸੁਪਰੀਮ ਕੋਰਟ ਦੀਆਂ ਪਾਵਰਾਂ ਦੀ ਗੱਲ ਹੈ, ਤਾਂ ਇਹਦੇ 'ਚ ਤਾਂ ਸੁਪਰੀਮ ਕੋਰਟ ਦੀ ਗੱਲ ਹੋ ਗਈ। ਇਸ ਤੋਂ ਬਾਅਦ ਜਿਹੜਾ ਹੈ ਆਪਣਾ 267 ਦੇ ਵਿੱਚ ਜਿਹੜਾ ਹੈ ਜੀ ਆਪਣਾ ਫਾਈਨੈਂਸ ਕਮਿਸ਼ਨ ਜਿਹੜਾ ਉਹ ਆਪਣੀਆਂ ਇੰਟਰਕੋਸਟੇਟ ਇੰਟਰਕੋਰਸ ਦੀਆਂ ਪਾਵਰਾਂ ਆ ਜਾਂਦੀਆਂ ਨੇਗੀਆਂ, ਠੀਕ ਹੈ ਵੀ ਉਹਦੇ ਵਿੱਚ ਫਾਈਨੈਂਸ ਕਮਿਸ਼ਨ 280 ਆਰਟੀਕਲ 'ਚ ਆ ਜਾਂਦਾ। ਤੇ ਫਿਰ ਲਾਸਟ ਆਉਂਦਾ ਹੈਗਾ ਆਪਣਾ 343 ਦੇ ਵਿੱਚ ਵਿਚ ਆਫ ਦਾ ਫੋਲੋਇੰਗ ਰਿਵਰਸ ਓਰੀਜੀਨੇਟਿਡ ਫਰੋਮ ਅਮਰਕੰਟਕ ਆਫ ਦਾ ਮੈਕਾਲ ਹਿਲਸ, ਨਰਮਦਾ, ਤਾਪੀ, ਮਾਹੀ, ਮਹਾਨਦੀ। ਤਾਂ ਇਸ ਦਾ ਸਹੀ ਆਨਸਰ ਹੋਇਆ ਜੀ ਨਰਮਦਾ। ਜਿਹੜਾ ਇਹ ਵਾਲਾ ਰੀਜਨ ਹੈ ਨਾ ਜੀ ਵਿੰਧਿਆ ਤੇ ਸਤਪੁਰਾ ਵਾਲਾ, ਮਤਲਬ ਇਹ ਵਾਲੇ ਪਠਾਰ ਨੂੰ ਅਮਰਕੰਟਕ ਪਲੇਟੂ ਕਹਿ ਦਿੰਦੇ ਨੇਗੇ। ਇੱਧਰਲੀ ਸਾਈਡ ਨੂੰ ਜਿਹੜਾ ਹੈਗਾ ਨਰਮਦਾ ਰਿਵਰ ਚੱਲਦੀ ਹੈਗੀ ਹੈ, ਇੱਥੋਂ ਦੀ ਸੋਨ ਰਿਵਰ ਚੱਲਦੀ ਹੈ, ਇੱਧਰ ਨੂੰ ਦਮੋਦਰ ਰਿਵਰ ਚੱਲਦੀ ਹੈਗੀ ਹੈ, ਠੀਕ ਹੈ। ਮਤਲਬ ਇੱਕ ਥਾਂ ਤੋਂ ਹੀ ਜਿਹੜਾ ਹੈ ਕਈ ਸਾਰੀਆਂ ਰਿਵਰਸ ਨੇ ਜਿਹੜੀਆਂ ਇੱਥੋਂ ਦੀ ਸਟਾਰਟ ਹੁੰਦੀਆਂ ਨੇਗੀਆਂ। ਨੈਕਸਟ ਹੈ ਜੀ ਵਿਚ ਅਮੰਗ ਦਾ ਫੋਲੋਇੰਗ ਅਫਰੀਕਨ ਕੰਟਰੀ ਹੈਜ਼ ਬੀਨ ਟ੍ਰੈਡੀਸ਼ਨਲੀ ਏ ਸੈਂਟਰ ਆਫ ਐਥਨਿਕ ਕਨਫਲਿਕਟਸ ਬਿਟਵੀਨ ਹੁਤੂਸ ਐਂਡ ਤੁਤਸੀ ਐਥਨਿਕ ਗਰੁੱਪਸ। ਮਤਲਬ ਇਹਨਾਂ ਦੇ ਵਿੱਚੋਂ ਕਿਹੜਾ ਅਫਰੀਕਾ ਦਾ ਦੇਸ਼ ਹੈ ਜਿਹੜੇ ਵਿੱਚ ਹੁਤਸ ਔਰ ਤੁਤਸੀ ਜਿਹੜੀਆਂ ਟ੍ਰਾਈਬਸ ਨੇ ਇਹਨਾਂ ਦੇ ਵਿੱਚ ਕਾਫੀ ਜ਼ਿਆਦਾ ਵਾਇਲੈਂਸ ਹੋ ਰਹੀ ਹੈਗੀ ਹੈ? ਤੰਜਾਨੀਆ, ਨਾਈਜੀਰੀਆ, ਰਵਾਂਡਾ, ਸੁਡਾਨ। ਤਾਂ ਇਸ ਦਾ ਸਹੀ ਆਨਸਰ ਹੋਇਆ ਜੀ ਆਪਸ਼ਨ ਨੰਬਰ ਸੀ ਰਵਾਂਡਾ। ਵਿਚ ਆਫ ਦਾ ਫੋਲੋਇੰਗ ਇਜ਼ ਦਾ ਸੌਫਟੈਸਟ ਮੈਟਲ। ਇਹਨਾਂ ਦੇ ਵਿੱਚੋਂ ਕਿਹੜੀ ਜਿਹੜੀ ਧਾਤੂ ਹੈ ਸਭ ਤੋਂ ਜ਼ਿਆਦਾ ਨਰਮ ਹੈਗੀ ਹੈ? ਸੀਜ਼ੀਅਮ, ਲੈਡ, ਗੋਲਡ, ਸਿਲਵਰ। ਤਾਂ ਇਸ ਦਾ ਸਹੀ ਆਨਸਰ ਹੋਇਆ ਜੀ ਸੀਜ਼ੀਅਮ। Who among the following was the first Indian woman president to chair the Indian National Congress at the Kanpur session of 1925? 1925 ਦੇ ਵਿੱਚ ਕਿਹੜੀ ਪਹਿਲੀ ਭਾਰਤੀ ਮਹਿਲਾ ਬਣੀ ਜਿਨ੍ਹਾਂ ਨੇ ਕਾਂਗਰਸ ਦੇ ਸੈਸ਼ਨ ਦੀ ਅਗਵਾਈ ਕੀਤੀ ਹੈਗੀ ਹੈ? ਸਰੋਜਨੀ ਨਾਇਡੂ, ਐਨੀ ਬਸੰਤ, ਨੈਲੀ ਸੈਨ ਗੁਪਤਾ, ਇੰਦਰਾ ਗਾਂਧੀ। ਤਾਂ ਇਸ ਦਾ ਸਹੀ ਆਨਸਰ ਹੋਇਆ ਜੀ ਸਰੋਜਨੀ ਨਾਇਡੂ। ਸਰੋਜਨੀ ਨਾਇਡੂ ਨੂੰ ਜਿਹੜਾ ਹੈ ਜੀ ਨਾਈਟਿੰਗਲ ਆਫ ਇੰਡੀਆ ਵੀ ਕਹਿ ਦਿੰਦੇ ਨੇ, ਭਾਰਤ ਦੀ ਕੋਇਲ। ਤੇ ਐਨੀ ਬਸੰਤ ਜੇ ਪੁੱਛਿਆ ਜਾਵੇ ਜੀ, ਐਨੀ ਬਸੰਤ ਫਸਟ ਵੂਮਨ ਪ੍ਰੈਜ਼ੀਡੈਂਟ ਸੀਗੇ ਜਿਹੜੇ ਕਾਂਗਰਸ ਦੇ ਪ੍ਰਧਾਨ ਦੀ ਸੀਟ ਤੇ ਬੈਠਦੇ ਨੇਗੇ, ਠੀਕ ਹੈ ਜੀ। ਤੇ ਇਹਨਾਂ ਦਾ ਜਿਹੜਾ ਸੈਸ਼ਨ ਸੀਗਾ, ਇਹਨਾਂ ਦਾ ਸੈਸ਼ਨ ਲੱਗਿਆ ਹੈਗਾ ਆਪਣਾ 1917 ਦੇ ਵਿੱਚ, ਠੀਕ। ਨੈਕਸਟ ਕੁਐਸਚਨ ਚੱਲਦੇ ਹਾਂ ਜੀ। ਵਿਚ ਬ੍ਰਿਟਿਸ਼ ਆਫੀਸਰ ਸਪਰੈਸਡ ਰਿਵੋਲਟ ਆਫ 1857 ਇਨ ਬਨਾਰਸ ਐਂਡ ਇਲਾਹਾਬਾਦ। ਬਨਾਰਸ ਤੇ ਇਲਾਹਾਬਾਦ ਦੇ ਵਿੱਚ ਜਿਹੜਾ ਹੈ 1857 ਦੀ ਕ੍ਰਾਂਤੀ ਕਿਹੜੇ ਪਰਸਨ ਨੇ ਜਿਹੜਾ ਹੈ ਦਮਨ ਕੀਤਾ ਸੀ? ਮੇਜਰ ਵਿਲੀਅਮ ਟੇਲਰ, ਕਰਨਲ ਨੀਲ ਨਿਕਲਸਨ, ਕੋਲਿਨ ਕੈਂਪਬੈਲ। ਤਾਂ ਇਹਦਾ ਸਹੀ ਆਨਸਰ ਹੋਇਆ ਜੀ ਕਰਨਲ ਨੀਲ। ਕੋਲਿਨ ਕੈਂਪਬੈਲ ਜਿਹੜੇ ਨੇ ਜੀ ਇਹ ਦਿੱਲੀ ਸਾਈਡ ਤੇ ਵੀ ਜਾਂਦੇ ਨੇਗੇ ਤੇ ਦਿੱਲੀ ਸਾਈਡ ਤੇ ਵੀ ਜਾਣਗੇ। ਨਿਕਲਸਨ ਹੋ ਰਹੀ ਨੇ ਜਿਹੜੇ ਇਹ ਬਿਹਾਰ ਸਾਈਡ ਤੇ ਵੀ ਲੜ ਰਹੇ ਹੁੰਦੇ ਨੇ, ਮਤਲਬ ਅਲੱਗ-ਅਲੱਗ ਪਲੇਸਿਸ ਤੇ ਅਲੱਗ-ਅਲੱਗ ਪਰਸਨ ਹੁੰਦੇ ਨੇ ਜੀ। ਤੇ ਕਰਨਲ ਨੀਲ ਨੇ ਜਿਹੜਾ ਹੈ ਬਨਾਰਸ ਤੇ ਇਲਾਹਾਬਾਦ ਦੇ ਵਿੱਚ ਜਿਹੜਾ ਹੈ ਇਹਨੂੰ ਸਪਰੈਸ ਕੀਤਾ ਸੀ। ਨੈਕਸਟ ਕੁਐਸਚਨ ਜੀ ਵਿਚ ਆਫ ਦਾ ਫੋਲੋਇੰਗ ਅਮੈਂਡਮੈਂਟ ਇਜ਼ ਰਿਲੇਟਡ ਟੂ ਫਾਰਮੇਸ਼ਨ ਆਫ ਕੋਆਪਰੇਟਿਵ ਸੁਸਾਇਟੀਜ਼। ਭਾਰਤ ਦੇ ਵਿੱਚ ਜਿਹੜੀਆਂ ਕੋਆਪਰੇਟਿਵ ਸੁਸਾਇਟੀਜ਼ ਨੇ ਇਹਨਾਂ ਨੂੰ ਐਡ ਕਰਨ ਦੇ ਲਈ ਕਿਹੜੀ ਅਮੈਂਡਮੈਂਟ ਕੀਤੀ ਗਈ ਹੈ? 97th, 42nd, 44th ਜਾਂ 86th? ਇਸ ਦਾ ਸਹੀ ਆਨਸਰ ਹੈ ਜੀ 97th ਅਮੈਂਡਮੈਂਟ ਐਕਟ 2011। ਨੈਕਸਟ ਹੈ ਜੀ ਵਿਚ ਵੈਨ ਕੈਨ ਏ ਸਪੀਕਰ ਆਫ ਲੋਕ ਸਭਾ ਕੈਨ ਬੀ ਰਿਮੂਵਡ ਬਿਫੋਰ ਦਾ ਐਕਸਪਾਇਰੀ ਆਫ ਹਿਸ ਟਰਮ। ਹੁਣ ਤੁਹਾਨੂੰ ਪਤਾ ਹੈ ਜੀ ਆਪਣੀ ਹਾਊਸ ਦੇ ਵਿੱਚ ਲੋਕ ਸਭਾ ਹੁੰਦੀ ਹੈ, ਇੱਕ ਰਾਜ ਸਭਾ ਹੁੰਦੀ ਹੈ। ਲੋਕ ਸਭਾ ਦਾ ਜਿਹੜਾ ਹੈੱਡ ਹੁੰਦਾ ਸਪੀਕਰ ਹੁੰਦਾ ਹੈਗਾ, ਤੇ ਰਾਜ ਸਭਾ ਦਾ ਜਿਹੜਾ ਹੈੱਡ ਹੁੰਦਾ ਉਹ ਹੁੰਦਾ ਆਪਣਾ ਚੇਅਰਮੈਨ। ਬੇਸਿਕਲੀ ਜਿਹੜਾ ਆਪਣਾ ਇੰਡੀਆ ਦਾ ਵਾਈਸ ਪ੍ਰੈਜ਼ੀਡੈਂਟ ਹੋਊਗਾ ਉਹੀ ਇਹਦਾ ਚੇਅਰਮੈਨ ਹੋਊਗਾ। ਹੁਣ ਇਹਦੇ ਵਿੱਚ ਕੀ ਹੈ, ਜੇ ਆਪਾਂ ਨੇ ਸਪੀਕਰ ਨੂੰ ਉਹਦੀ ਟਰਮ ਪੂਰੀ ਹੋਣ ਤੋਂ ਪਹਿਲਾਂ ਹੀ ਹਟਾਉਣਾ ਹੋਵੇ ਤਾਂ ਕੀ ਪ੍ਰੋਸੀਜਰ ਫੋਲੋ ਕਰਨਾ ਹੋ? ਪ੍ਰਾਈਮ ਮਿਨਿਸਟਰ ਜੇ ਡਿਸਾਈਡ ਕਰ ਦਿੱਤਾ ਹੋਊ, ਦੋਨੋਂ ਹਾਊਸਿਸ ਦੇ ਵਿੱਚੋਂ ਜਿਹੜਾ ਹੈ ਰੈਜ਼ੋਲੂਸ਼ਨ ਪਾਸ ਕੀਤਾ ਜਾਊ। ਪ੍ਰੈਜ਼ੀਡੈਂਟ ਰეკਮੈਂਡ ਕਰੂਗਾ ਪ੍ਰਾਈਮ ਮਿਨਿਸਟਰ ਨੂੰ ਇਫ ਲੋਕ ਸਭਾ ਪਾਸ ਏ ਰੈਜ਼ੋਲੂਸ਼ਨ ਟੂ ਦਿਸ ਇਫੈਕਟ। ਤਾਂ ਇਸ ਦਾ ਸਹੀ ਆਨਸਰ ਹੈ ਜੀ ਆਪਸ਼ਨ ਨੰਬਰ ਡੀ, ਕਿਉਂਕਿ ਜਿਹੜਾ ਆਪਣਾ ਲੋਕ ਸਭਾ ਦਾ ਸਪੀਕਰ ਹੁੰਦਾ, ਲੋਕ ਸਭਾ ਦਾ ਸਪੀਕਰ ਲੋਕ ਸਭਾ ਦਾ ਇੱਕ ਮੈਂਬਰ ਵੀ ਹੁੰਦਾ। ਤਾਂ ਲੋਕ ਸਭਾ ਦਾ ਸਪੀਕਰ ਜਦੋਂ ਇਹਨੂੰ ਹਟਾਉਣਾ ਹੋਵੇ ਤਾਂ ਲੋਕ ਸਭਾ ਇੱਕ ਰੈਜ਼ੋਲੂਸ਼ਨ ਪਾਸ ਕਰਕੇ ਹੀ ਇਹਨੂੰ ਹਟਾ ਸਕਦੀ ਹੈਗੀ ਹੈ। ਬਟ ਚੇਅਰਮੈਨ ਦੇ ਕੇਸ ਦੇ ਵਿੱਚ ਥੋੜਾ ਅਲੱਗ ਹੁੰਦਾ। ਚੇਅਰਮੈਨ ਦੇ ਕੇਸ 'ਚ ਰਾਜ ਸਭਾ ਰੈਜ਼ੋਲੂਸ਼ਨ ਪਾਸ ਕਰੂ, ਬਾਅਦ ਦੇ ਵਿੱਚ ਉਹਨੂੰ ਲੋਕ ਸਭਾ ਤੋਂ ਐਗਰੀ ਕਰਵਾਉਣਾ ਪਊਗਾ। ਨੈਕਸਟ ਹੈ ਜੀ ਵਿਚ ਆਫ ਦਾ ਫੋਲੋਇੰਗ ਮੈਂਸ਼ਨ ਸੈਪਰੇਸ਼ਨ ਆਫ ਦਾ ਜੁਡੀਸ਼ਰੀ ਫਰੋਮ ਦਾ ਐਗਜ਼ੀਕਿਊਟਿਵ ਇਨ ਦਾ ਜੁਡੀਸ਼ਰੀ। ਮਤਲਬ ਭਾਰਤ ਦੇ ਵਿੱਚ ਕਾਰਜਪਾਲਿਕਾ ਨੂੰ ਨਿਆਂਪਾਲਿਕਾ ਨਾਲੋਂ ਅਲੱਗ ਕੀਤਾ ਜਾਣਾ ਚਾਹੀਦਾ, ਕਿਹੜੇ ਦੇ ਵਿੱਚ ਦਿੱਤਾ ਹੈ? ਪ੍ਰੈਮਬਲ, ਫੰਡਾਮੈਂਟਲ ਰਾਈਟਸ, DPSP ਜਾਂ 7th ਸ਼ੈਡਿਊਲ? ਇਸ ਦਾ ਸਹੀ ਆਨਸਰ ਹੈ ਜੀ DPSP। ਆਰਟੀਕਲ 50 ਆਫ ਦਾ ਕਨਸਟੀਟਿਊਸ਼ਨ ਜਿਹੜਾ ਹੈ ਜੀ ਪਾਰਟ 4 ਦੇ ਵਿੱਚ ਇਹ ਕਹਿੰਦਾ ਹੈਗਾ ਵੀ ਆਪਾਂ ਨੇ ਸੈਪਰੇਟ ਕਰਨਾ ਜੁਡੀਸ਼ਰੀ ਨੂੰ ਐਗਜ਼ੀਕਿਊਟਿਵ ਨਾਲੋਂ। 9th edition of India Kyrgyzstan Joint Special Forces Exercise ਖੰਜਰ 2022 was held from 25 ਮਾਰਚ to 6 ਅਪ੍ਰੈਲ in which area? ਜਿਹੜੀ ਇਹ ਐਕਸਰਸਾਈਜ਼ ਹੈਗੀ ਹੈ ਖੰਜਰ 2022 ਇਹ ਕਿਹੜੇ ਏਰੀਆ ਦੇ ਵਿੱਚ ਕੰਡਕਟ ਕੀਤੀ ਗਈ? ਬਕਲੋ, ਦੇਹਰਾਦੂਨ, ਪੁਣੇ, ਜੈਸਲਮੇਰ। ਤਾਂ ਇਸ ਦਾ ਸਹੀ ਆਨਸਰ ਹੈ ਜੀ ਬਕਲੋ।
द ਨਾਥੂਲਾ ਪਾਸ ਇਜ਼ ਲੋਕੇਟਿਡ ਇਨ ਵਿਚ ਆਫ ਦ ਫੋਲੋਇੰਗ ਸਟੇਟਸ। ਭਾਰਤ ਦੇ ਵਿੱਚ ਤੁਸੀਂ ਕਈ ਸਾਰੇ ਦर्रे ਜਾਂ ਪਾਸਿਸ ਦੀ ਗੱਲ ਸੁਣੀ ਹੋਣੀ ਜੀ, ਇਹਨਾਂ ਦੇ ਵਿੱਚੋਂ ਕਿਹੜੇ ਜਗ੍ਹਾ ਤੇ ਜਿਹੜਾ ਹੈ ਪਾਸ ਬਣੇ ਹੋਏ ਨੇ? ਸਿੱਕਿਮ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਅਰੁਣਾਚਲ ਪ੍ਰਦੇਸ਼। ਤਾਂ ਇਸ ਦਾ ਸਹੀ ਆਨਸਰ ਹੈ ਜੀ ਨਾਥੂਲਾ। ਮਤਲਬ ਕਈ ਸਾਰੇ ਨਾਥੂਲਾ ਹੋ ਗਿਆ ਜੀ, ਇਸ ਤੋਂ ਇਲਾਵਾ ਮਨਾ ਪਾਸ, ਨੀਤੀ ਪਾਸ, ਲਿਪੂ ਲੇਕ, ਇਹ ਸਾਰੇ ਉੱਤਰਾਖੰਡ 'ਚ ਆ ਜਾਂਦੇ ਨੇਗੇ। शिपकिला पास हिमाचल च आ जाता है, जोजिला पास वाला सारा एरिया जम्मू कश्मीर च आ जाता, मतलब काफ़ी सारे पास ने। दीपू पास, दिहांग दिबांग पास जोड़ा है अरुणाचल प्रदेश च आ जाते हैं ये सारे। विच कंट्री इज़ नोन एज लैंड ऑफ मिडनाइट सन, कि देश में जोड़ा है बेसिकली लैंड ऑफ मिडनाइट सन कहा जाता है? स्वीडन, नॉर्वे, जर्मनी, फिनलैंड। तो इसका आंसर है जी नॉर्वे। तुसी मतलब पढ़िया होगा जी कि अपना जोड़ा है अर्थ जी अपनी 3.5 डिग्री टिल्ट हैगी है, जिहदे करके की है जो मतलब अपना सूरज 21 जून तो सॉरी 21 जून ਨੂੰ ਜਦੋਂ सूरज की रेखा सीधी सीधी कर्क रेखा ਤੇ ਪੈ ਰਹੀ ਹੁੰਦੀ ਹੈ ਤਾਂ ਉਸ ਟਾਈਮ ਤੇ ਕੀ ਹੁੰਦਾ ਜੀ ਆਪਣਾ 21 ਮਾਰਚ ਤੋਂ ਲੈ ਕੇ 23 ਸਤੰਬਰ ਤੱਕ ਜਿਹੜਾ ਟਾਈਮ ਹੁੰਦਾ ਹੈਗਾ, ਇਹ ਟਾਈਮ ਦੇ ਵਿੱਚ ਆਪਣਾ ਜਿਹੜਾ ਹੈ 6 ਮਹੀਨੇ ਤੱਕ ਨਾਰਥ ਪੋਲ ਤੇ ਦਿਨ ਚੜਿਆ ਰਹਿੰਦਾ। ਨਾਰਥ ਪੋਲ ਦੇ ਵਿੱਚ ਫਿਰ ਕੰਟਰੀ ਆ ਜਾਂਦੀ ਹੈ ਨਾਰਵੇ, ਜਿਹਦੇ ਕਰਕੇ ਕੀ ਹੈ ਲੈਂਡ ਆਫ ਮਿਡਨਾਈਟ ਸਨ ਵੀ ਇਹਨੂੰ ਇਸ ਕਰਕੇ ਹੀ ਕਿਹਾ ਜਾਂਦਾ ਹੈਗਾ। ਨੈਕਸਟ ਹੈ ਜੀ ਵਟ ਆਰ ਦਾ ਲੋਕਲ ਹੌਟ ਵਿੰਡਸ ਇਨ ਦ ਐਲਪਸ ਕੋਲਡ। ਪਹਿਲਾਂ ਤਾਂ ਐਲਪਸ ਦੀਆਂ ਮਾਊਂਟੇਨਸ ਕਿੱਥੇ ਨੇਗੀਆਂ? ਐਲਪਸ ਮਾਊਂਟੇਨ ਨੇ ਜੀ ਜਿਹੜੀਆਂ ਤੁਸੀਂ ਵਰਲਡ ਮੈਪ ਤੇ ਦੇਖਿਆ ਹੋਊਗਾ, ਵਰਲਡ ਮੈਪ ਤੇ ਇੱਥੇ ਜੇ ਜਿਹੜਾ ਹੈਗਾ मतलब ये मैਡੀਟੇਰੀਅਨ ਸੀ वाला रीजन आ गया, ठीक है जी। मैਡੀਟੇਰੀਅਨ ਸੀ ਦੇ ਵਿੱਚ ਜਿਹੜਾ ਆਹ ਵਾਲਾ ਪਾर्ट है ਇੱਥੋਂ ਦੀ ਇੱਥੇ ਜਿਹੜੀਆਂ ਪਹਾੜੀਆਂ ਨੇਗੀਆਂ ਇਹਨਾਂ ਨੂੰ ਐਲਪਸ ਮਾਊਂਟੇਨਸ ਕਹਿੰਦੇ ਨੇ, ਯੂਰਪ ਵਾਲੇ ਰੀਜਨ 'ਚ ਆ ਗਈਆਂ। ਤਾਂ ਇੱਥੇ ਜਿਹੜੀਆਂ ਗਰਮ ਹਵਾਵਾਂ ਲੋਕਲ ਵਿੰਡਸ ਚੱਲਦੀਆਂ ਨੇ ਉਹਨਾਂ ਨੂੰ ਕੀ ਕਹਿੰਦੇ ਨੇ? ਲੂ, ਚਿਨੋਕ, ਮਿਸਟਰਾਲ, ਫੋਹੇਨ। ਤਾਂ ਇਸ ਦਾ ਸਹੀ ਆਨਸਰ ਹੋਇਆ ਜੀ ਫੋਨ ਜਾਂ ਫੋਹੇਨ। Who among the following doesn't have bicameral legislature? Bicameral legislature ਕੀ ਹੁੰਦਾ ਜੀ? 2 ਸਦਨਾਂ ਦਾ ਹੋਣਾ ਜਾਂ 2 ਹਾਊਸਿਸ ਦਾ ਹੋਣਾ। ਹੁਣ ਭਾਰਤ ਦੇ ਵਿੱਚ ਜਿਹੜਾ ਹੈ ਇੱਕ ਤਾਂ ਹੁੰਦਾ ਹੈਗਾ ਆਪਣਾ ਸਟੇਟ ਲੈਜਿਸਲੇਟਿਵ ਅਸੈਂਬਲੀ, ਦੂਸਰਾ ਹੁੰਦਾ ਜੀ ਸਟੇਟ ਲੈਜਿਸਲੇਟਿਵ ਕਾਉਂਸਿਲ। ਤਾਂ ਇਹਨਾਂ ਦੇ ਵਿੱਚੋਂ ਪੁੱਛਿਆ ਹੈਗਾ ਵੀ ਕਿਹੜੇ ਸਦਨ ਦੇ ਵਿੱਚ ਜਿਹੜਾ ਹੈ ਆਪਣਾ ਬਾਈਕੈਮਰਲ ਲੈਜਿਸਲੇਚਰ ਨਹੀਂ ਹੈਗਾ? ਮਹਾਰਾਸ਼ਟਰ, ਬਿਹਾਰ, ਵੈਸਟ ਬੰਗਾਲ, ਆਂਧਰਾ ਪ੍ਰਦੇਸ਼। ਤਾਂ ਇਸ ਦਾ ਸਹੀ ਆਨਸਰ ਹੈ ਜੀ ਆਪਸ਼ਨ ਨੰਬਰ ਸੀ, ਕਿਉਂਕਿ ਭਾਰਤ ਦੇ ਵਿੱਚ ਵਿਧਾਨ ਸਭਾ ਜਿਹੜੀ ਹੈਗੀ ਹੈ ਜੀ ਇਹ ਤਾਂ 28 ਦੀਆਂ 28 ਸਟੇਟਸ ਦੇ ਵਿੱਚ ਹੋਊਗੀ, ਬਟ ਸਟੇਟ ਲੈਜਿਸਲੇਟਿਵ ਕਾਉਂਸਿਲ ਹੈ ਜਿਹੜੀ ਇਹ ਅੱਜ ਦੀ ਡੇਟ ਦੇ ਵਿੱਚ 6 ਸਟੇਟਸ ਦੇ ਵਿੱਚ ਹੈ। यूपी, बिहार, महाराष्ट्र, कर्नाटक, तेलंगाना, आंध्र प्रदेश। ठीक है जी, तो अज के सैशन के गाइज इन्ना ही, मिलते हैं जी नैक्सट सैशन के साडे नाल जुड़न तुहाडा थैंक यू। हेलो स्टूडेंट, कैसे हैं आप लोग? उम्मीद करते हैं तो मैं आज आपका फिर से स्वागत करता हूं मॉक 81 में। चलिए गाइस स्टार्ट करते हैं मॉक 81। और 81 में हम लोग देखेंगे कि क्या क्या क्वेश्चन थे, कैसे कैसे आप लोगों ने यहाँ पे करने थे। सबसे पहले क्वेश्चन देखते हैं, नंबर ऑफ फंक्शन की कीबोर्ड। तो ये बड़ा बेसिक क्वेश्चन है जो कि आप सभी को यहाँ पे मालूम होगा कि नंबर ऑफ फंक्शन की जो होती हैं वो कितनी होती हैं? 12 होती हैं। 12 आपके पास यहाँ पे F1 से लेके F12 तक सारी की सारी क्या होती हैं? फंक्शन कीज आपके पास होती हैं। तो आंसर इज बी ऑप्शन, आंसर इज बी ऑप्शन। ठीक है जी, चलिए नेक्स्ट देखते हैं अगला क्वेश्चन क्या है। विच की डू यू प्रेस टू चेक द स्पेलिंग? स्पेलिंग चेक करने के लिए आप लोग यहाँ पे कौन सी कीज जो है यूज करते हैं? F3, F5, F7 या फिर F9। तो F7 की जो है वो आप लोग इसके लिए यहाँ पे यूज करते हैं। F7 की अगर आप लोग प्रेस करेंगे तो आपके पास स्पेलिंग जो है यहाँ पे चेक हो जाती है। और F5 जो है वो रिफ्रेश के लिए आप लोग यहाँ पे यूज करते हैं, याद रखेंगे। तो इसका आंसर क्या बनेगा? F7। नेक्स्ट आप लोग देखेंगे आपके पास यहाँ पे which PowerPoint feature allow you user to create a simple presentation without having spending too much time on it? ऑटो, कंटेंट विजर्ड, एनिमेशन, कॉल और स्कीमा। ये यहाँ पे कॉल का मतलब है कलर और स्कीमा, चार्ट विजर्ड। अगर मैं बात करता हूँ चार्ट विजर्ड से तो चार्ट आएगा, कलर स्कीमा में टाइम लगेगा, एनिमेशन टाइम लगेगा। तो ऑटो कंटेंट विजर्ड आपका इसका जो है राइट आंसर बनेगा। ऑटो कंटेंट विजर्ड में सिंपल स्लाइड आपको मिल जाती है। नेक्स्ट अगर बात करता हूं तो आगे देखते हैं आपके पास forms that are used to organize business data into rows and column are called। जहां पे भी रोज और कॉलम्स की बात हो तो वहां पे एक बात याद रखिएगा, स्प्रेडशीट माने एक्सेल का आप लोग क्या करते हैं? यूज करते हैं।
तो आपके पास ट्रांजैक्शन शीट मतलब बैलेंस शीट, रजिस्टर्स, बिजनेस फॉर्म नहीं बनेगा, आंसर बनेगा स्प्रेड शीट। आंसर बनेगा स्प्रेड शीट, जो कि डी ऑप्शन, माने तो एक्सेल की बात यहां पे करी जा रही है। नेक्स्ट क्वेश्चन देखते हैं। टू प्रिंट द पावर पॉइंट प्रेजेंटेशन, अब जब भी प्रिंट करना है तो पावर पॉइंट में आप लोगों को क्या करना है, तो प्रिंट का कमांड यहां पे भी यही है, कंट्रोल प्लस पी ही रहेगी आपके पास। कंट्रोल प्लस एस सेव, कंट्रोल प्लस वी पेस्ट और कंट्रोल प्लस सी कॉपी आपके पास, ठीक है जी। तो आपके पास कंट्रोल प्लस पी। नेक्स्ट अगर बात करता हूं, अ प्रोग्राम दैट इज यूज टू व्यू वेबसाइट इज कॉल्ड ब्राउजर, वेब सर्वर, स्प्रेडशीट या वर्ड प्रोसेसर। वर्ड प्रोसेसर का मतलब होता है एमएस ऑफिस, सॉरी एमएस वर्ड, वर्ड में थोड़ी ना काम होता है। स्प्रेडशीट मतलब एक्सेल शीट, वेब ब्राउजर, ठीक है। और अगर सॉरी वेब सर्वर, सर्वर में तो सारा डेटा स्टोर होता है, आंसर बनेगा ब्राउजर के ऊपर आप लोग सारे के सारे प्रोग्रामिंग जो है वो देख सकते हैं, वेबसाइट जो आती है, ठीक है। चलिए नेक्स्ट देखते हैं, अगला क्वेश्चन है आपके पास। डैश इज अ स्पेशल टाइप ऑफ ऑप्टिकल स्कैनर यूज्ड टू रिकॉग्नाइज द टाइप ऑफ मार्क मेड बाय पेन और पेंसिल। अब पेन और पेंसिल से आप लोग यहाँ पे चीजों को टाइप जब भी मार्क करते हैं तो स्कैन किया जाता है, वो होता है OMR, ऑप्टिकल मार्क रीडर, जिसका कि पेपर चेक करने के लिए, आंसर की चेक करने के लिए आप लोग यूज करते हैं। तो अगला है OCR, ऑप्टिकल कैरेक्टर रीडर, बारकोड रीडर, मैग्नेटिक इंक कैरेक्टर रीडर। याद रखिएगा इन सभी के फुल फॉर्म, और इसका आंसर बनेगा MICR, सॉरी OMR, ऑप्टिकल मार्क रीडर। आप लोग बोलते हैं कि सर आंसर शीट चेक करने के लिए हम OMR डिवाइस का यूज करते हैं। नेक्स्ट अगर बात करता हूं, विच ऑफ द फॉलोइंग ट्रांसमिशन डायरेक्शन लिस्टेड इज नॉट लेजिटिमेट चैनल। लेजिटिमेट का मतलब होता है ट्रस्टवर्दी, लेजिटिमेट का मीनिंग होता है ट्रस्ट। तो आपके पास अगर मैं बात करता हूं सिंप्लेक्स मेथड, हाफ डुप्लेक्स मेथड, फुल डुप्लेक्स मेथड, और डबल डुप्लेक्स कुछ नहीं होता जी, डबल डुप्लेक्स कुछ नहीं होता है। तो आपके पास यहां पे आंसर क्या बनेगा, डी ऑप्शन, ठीक है, डी ऑप्शन। तो होपफुली फिर आप सभी को यहाँ पे बातें अच्छे से क्लियर हुई हैं। जुड़ने के लिए बहुत बहुत धन्यवाद, थैंक यू। हेलो स्टूडेंट, कैसे हैं आप लोग, उम्मीद करते हैं बहुत अच्छे। तो चलिए स्टार्ट करते हैं मॉक 81 रीजनिंग, ठीक है जी। चलिए बेटा, सबसे पहले अगर आप लोग यहाँ पे देखते हैं तो फर्स्ट क्वेश्चन में आपके पास यहाँ पे क्या दिया हुआ है, चेक करते हैं। सेलेक्ट द रिलेटिव वर्ड लेटर नंबर फ्रॉम द गिवन ऑल्टरनेटिव। डॉक्टर इज रिलेटेड टू पेशेंट, शॉपकीपर इज रिलेटेड टू प्रोडक्ट, कस्टमर, रिटेलर या फिर गेम। तो जैसे डॉक्टर के पास पेशेंट आते हैं, शॉपकीपर के पास क्या आते हैं, कस्टमर। आंसर इज बी ऑप्शन, आंसर इज बी ऑप्शन, आंसर इज बी ऑप्शन, ठीक है। तो नेक्स्ट आपके पास, सेलेक्ट द रिलेटेड वर्ड लेटर नंबर फ्रॉम द गिवन ऑल्टरनेटिव। EFHIJ, अगला वर्ड क्या आएगा वो आप लोगों को यहाँ पे बताना है। अगर मैं बात करता हूँ तो इसका मतलब है 5, इसका मतलब है 6, यहाँ पे 7, यहाँ पे 8, यहाँ पे 9, यहाँ पे 10, तो आगे क्या आएगा फिर 11 और 12, 11 और 12, 11 पे आपके पास अल्फाबेट क्या आता है, के, और 12 पे आता है एल। तो इसके अकॉर्डिंगली के एल आपका सी ऑप्शन जो है यहाँ पे आंसर बना। अकॉर्डिंगली के एल जो है वो आपका क्या आंसर बना, सी ऑप्शन। चलिए नेक्स्ट क्वेश्चन की अगर बात करता हूं, आपके पास AEFJ डबल कोलन आपके पास डैश PT, ठीक है। चलिए चेक करते हैं। अब यहाँ पे नंबरिंग डालते हैं, यहाँ पे है 5, यहाँ पे है सॉरी 1 आएगा, यहाँ पे आएगा 1, 5, 6, 10। तो 1 2, अगर मैं यहाँ पे बात करता हूँ आपके पास, यहाँ से अगर यहाँ जाते हैं तो कितने ऐड हुए हैं, 5, यहाँ से यहाँ जाते हैं तो कितने ऐड हुए हैं, +5। अगर दोनों तरफ +5 हुए हैं, तो अगर यहाँ पे 16 है और यहाँ पे 20, तो यहाँ से -5 कर दो फिर आप लोग, ठीक है ना। अच्छा, सेकंड पे आएगा और यहाँ पे फर्स्ट पे आएगा, ठीक है जी। तो इस तरीके से आप लोग यहाँ माइनस, कोई दिक्कत थोड़ी है। तो अगर माइनस करते हो 16 में से 5 तो कितना आता है आपके पास 11, और 11 पे अल्फाबेट क्या आता है, के,
और 20 से 5 करते हो तो आता है 15, 15 पे आता है O, तो के ओ आपके पास यहाँ पे आंसर जो है बन जाएगा, दैट इज बी ऑप्शन। डन बेटा। नेक्स्ट देख, अच्छा लीजिए ये हो गया। अब आगे देखते हैं, आगे आपके पास क्या है। 96, 54 कॉलन 89। लीजिए बेटा, अगर बात करता हूं 9 इंटू 6 54, 8 इंटू 9 72, 8 इंटू 9 72, तो आपके पास आंसर क्या बनेगा 72। ठीक है, चलिए नेक्स्ट क्वेश्चन देखते हैं। अगला क्वेश्चन ये है आपके पास, मैजेंटा, मैरून, टर्किशको, पिकासा। तो इसमें से ओ आपको बिल्कुल ओड वन आउट निकालना है जो डिफरेंट। तो आपके पास ये तीनों के तीनों क्या होते हैं, कलर स्कीमा होते हैं, पर ये जो है कलर स्कीमा नहीं है। तो आंसर इज डी ऑप्शन, आंसर इज डी ऑप्शन। चलिए नेक्स्ट देखते हैं आपके पास यहाँ पे क्या है। आपके पास फिर से ओड वन, यहाँ पे जो सबसे डिफरेंट होगा वही आप लोगों को यहाँ निकालना है। AIOU ADIO, तो यहाँ दोनों में क्या है, वॉवल्स। ये भी क्या है, वॉवल्स। पर आपके पास ये ऑप्शन जो है वॉवल नहीं है, तो यही आपका क्या बनेगा, आंसर बनेगा। क्योंकि ये आपके पास तीन तो वॉवल से एसोसिएट करते हैं, तो वॉवल हैं, पर ये वॉवल नहीं है, तो आंसर क्या आएगा, सी ऑप्शन। ठीक है, चलिए नेक्स्ट देखते हैं। ये रहा अगला क्वेश्चन। अगला है फिर से ओड वन, अगर आप लोग निकालेंगे तो ओड अगर की बात अगर मैं करता हूं तो क्या है, 3, 7, 5 एंड 1। तो 3 इज एन ए प्राइम नंबर, 7 इज एन ए प्राइम नंबर, 1 इज नॉट एन ए प्राइम नंबर। तो ये भी क्या आएगा आपका, ओड वन आएगा, जो कि लग रहेगा, आंसर इज डी। चलिए नेक्स्ट देखते हैं। अगला है आपके पास यहाँ पे ओड, फिर से आप लोगों को निकालना है। तो ओड का मतलब होता है सबसे डिफरेंट, आप लोग यहाँ पे निकालेंगे। तो डिफरेंट की अगर बात करता हूं तो यहाँ 525, अगर 5 का स्क्वायर करते हैं तो वो क्या आएगा, 25। ठीक है, 6 का अगर स्क्वायर करते हैं 36, 4 का अगर स्क्वायर करते हैं कितना आएगा, 16। आंसर क्या आएगा, बी ऑप्शन। आंसर क्या आएगा, 745। ये आपके पास फाइनल आंसर यहाँ। ठीक है, नेक्स्ट अगर आप लोग यहाँ पे देखते हैं तो आपके पास अ सीरीज इज अ गिवन with one term missing, choose the correct alternative from the given one that will complete the series। अब आपको ये बताना है कि सीरीज में का वर्ड कौन सा। अगर मैं बात करता हूँ नाइट्रोजन फिक्सेशन, एमोनिफिकेशन एंड नाइट्रोफिकेशन, तो इसमें क्या आएगा, डेनिफिकेशन। ये क्या है, सारा का सारा इसी ऑर्डर में यहाँ पे आता है। तो आंसर क्या बनेगा, ए आपके पास ऑर्डर यहाँ पे बनेगा, डेंट्रिफिकेशन। अगला वर्ड है आपके पास CEADIE। अगर आप लोग यहाँ पे बात करते हैं तो अगला वर्ड आपको यहाँ पे फाइंड आउट करना है। तो आसान तरीका है बेटा, आप लोग पोजीशन डालिए। यहाँ पे 3 होता है, यहाँ पे 7 है, यहाँ पे 11 है। अगर 3 से 7 पे जाते हैं 4 ऐड हुआ है, 7 से 11 पे जाते हैं 4 ऐड हुआ है, 11 से आगे 4 पे ऐड करेंगे 15 पे अल्फाबेट आएगा O। तो अगर बात करता हूँ, 2 ऑप्शन तो पहले ही कैंसिल आउट हो गए हैं आपके पास। आगे था आपके पास 5, आपके पास 9, 5 + 4 9, 9 + 4 13, 13 + 4 17, 17 पे आपके पास यहाँ पे आएगा क्या। तो आंसर तो आ गया आपके पास सी ऑप्शन, आंसर तो आ गया सी ऑप्शन। इस तरीके से आपके पास यहाँ पे हुआ है +4 + 4 + 4 का लॉजिक जो है आप लोगों को होपफुली यहाँ पे। ठीक है, चलिए नेक्स्ट देखेंगे। अगला है आपके पास कार रोड का। रोड पे क्या चलती है बेटा, कार चलती है। रेल जो है वो कहाँ में चलती है, ट्रैक पे। ठीक है, तो ट्रैक इसका जो आंसर बनेगा, ट्रैक जो है इसका फाइनल आंसर बनेगा। चलिए नेक्स्ट देखते हैं। अगर मैं बात करता हूं UVWXYYYY, अगर बात करें यहाँ पे 21, 22, 23, 24, 25, 25, 25, फिर से 25। अब अगर मैं यहाँ पे चेक करता हूँ तो आप लोग देखिए 21 ऐड किए हैं +4, 22 में कितने ऐड किए हैं +3,
23 में कितने ऐड किए हैं 2 और यहाँ पे प्लस ऑफ 1, तो 4 3 2 1 की सीरीज बनी है। यहाँ पे ए और डी 1 2 और 4, तो 1 में अगर मैं 4 ऐड करता हूँ तो कितने बनेंगे 5, 2 में प्लस 3 ऐड करता हूँ कितना बनेगा 5, 3 में प्लस 2 ऐड करता हूँ कितना बनेगा 5, 4 में प्लस 1 ऐड करता हूँ तो कितना बनेगा 5। तो अगर हम बात यहाँ पे करें तो सभी में क्या आ गया है 5 5 आ गया है, तो आंसर क्या आएगा ई ई और ई। ठीक है, दैट इज योर फाइनल आंसर। बी ऑप्शन आपका जो है यहाँ पे आंसर बन, बी ऑप्शन क्या है आपके पास आंसर बन जाएगा। डन बेटा। आगे अगर मैं बात करता हूँ 102 की अगर हम यहाँ पे स्क्वायर करते हैं 104 के बराबर होता है, तो 104 की अगर हम बात करते हैं स्क्वायर जो है आपके पास कितने के बराबर होता है 10816 के बराबर आपके पास होता है। तो डी ऑप्शन आपके पास यहाँ पे आंसर जो है बन जाएगा, डी फॉर दिल्ली आपका आंसर जो है यहाँ पे बन जाएगा। डन। तो होपफुली यहाँ तक सारी की सारी चीज़ें आप लोगों को अच्छे से क्लियर हुई। जुड़ने के लिए बहुत बहुत धन्यवाद, थैंक यू। हेलो दोस्तों, स्वागत है आप सबका ज्ञानम के ऑनलाइन लर्निंग प्लेटफॉर्म पर। और आज के सेशन में हम डिस्कस करने वाले हैं आपके वीकली मॉक टेस्ट का क्वांट के पार्ट का सॉल्यूशन। मॉक नंबर है 81 और स्टार्ट करते हैं अपने फर्स्ट क्वेश्चन के साथ। देखिए फर्स्ट क्वेश्चन में क्या बोला गया है, ए एंड बी अलोन कैन कंप्लीट ए वर्क इन 10 एंड 18 डेज रिस्पेक्टिवली। Both start the work after 3 days. A left and C joined B. If they complete the remaining work in 6 days, then find the number of days in which C alone complete the whole work. देखो यहां से अगर मैं बात करूं A और B की अगर बात करें तो A 10 दिन में और B 18 दिन में, तो इन दोनों का एलसीएम लेंगे तो एलसीएम कितना होगा 90। और 90 के हिसाब से अगर हम A की एफिशिएंसी कैलकुलेट करते हैं 9 और बी के एफिशिएंसी कैलकुलेट करते हैं तो 5, तो 9 + 5 14 के एफिशिएंसी से इन्होंने 3 दिन काम किया और 42 वर्क कर दिया आउट ऑफ 90। अगर 42 वर्क कर दिया है तो रिमेनिंग वर्क कितना होगा 48। और जो रिमेनिंग वर्क है वो किसने किया, अब ए ने तो लेफ्ट कर दिया और बी और सी ने किया 6 डेज में। तो हम कह सकते हैं कि यहां से बी और सी की एफिशिएंसी क्या हो जाएगी 8। बी के एफिशिएंसी आपके पास 5 है तो सी के एफिशिएंसी क्या होगी 3 होगी। तो 90 डिवाइड बाय 3 तो कितने डेज में करेगा 30 डेज में कंप्लीट करेगा। आई होप क्लियर होगा ये। नेक्स्ट क्वेश्चन में क्या कह रहे हैं, सुमन वांट्स टू अर्न 15% प्रॉफिट ऑन एन आइटम आफ्टर गिविंग ए डिस्काउंट ऑफ 35%। बाय हाउ मच परसेंट मोर देन द कॉस्ट प्राइस शुड शी मार्क द प्राइस ऑफ हर आर्टिकल। तो देखो सीपी और एमपी की बात की गई है कि मार्केट प्राइस को सीपी से कितना ज्यादा रखे। तो कॉस्ट प्राइस हमेशा क्या होता है आपका 100 माइनस डिस्काउंट, और मार्केट प्राइस क्या बनता है 100 प्लस प्रॉफिट। डिस्काउंट हुआ था 35 का तो ये कितना हो जाएगा आपका 65, और ये कितना हो जाएगा 100 + 15। तो टोटल देखो कितना का हो गया 50 का डिवाइड बाय 65 इंटू 100। तो उसको 50 ज्यादा रखना पड़ेगा किसके ऊपर 65 के ऊपर। देखो अब अगर इसका कैलकुलेट करना है तो 5 से अगर डिवाइड करें तो 10 और इसको 13 पे करेगा तो 1000/13। 1000/13 सबसे पहले डिवाइड करेगा 7 पे, कितना बनेगा 13 × 7 91 होता है, फिर 90 आ जाएगा। फिर किस पे करेगा 8 पे करेगा 6 पे करेगा। 13 × 6 कितना होगा 78, बचेगा 12 तो 120, तो 76.9 मतलब ऑप्शन बी इस क्वेश्चन का राइट आंसर होगा। चलिए नेक्स्ट क्वेश्चन में क्या कह रहा है, रोहन स्कोर्ड 150 मार्क्स एंड फेल बाय 25 मार्क्स। 150 नंबर उसने लिए और 25 नंबरों से फेल हो गया, तो मतलब उसका जो पासिंग स्कोर है वो कितना होगा 175 होगा। इफ द पासिंग परसेंटेज ऑफ द टेस्ट इज 35 और जो पासिंग परसेंटेज है वो 35 है, देन फाइंड द मैक्सिमम मार्क्स, मतलब 100 आपको निकालना था। 35 से अगर 175 को डिवाइड करोगे तो पूरा 5 पे करेगा, तो ऑप्शन डी इस क्वेश्चन का आपका राइट आंसर होगा। चलिए जी नेक्स्ट क्वेश्चन में क्या कह रहा है, एक कैंप was organized for 20 men. The food given to them can last for 40 days. देखो 20
पर्सन के लिए 40 डेज के लिए जो फूड है तो ये कितना हो गया आपका 800 हो गया, ठीक है। आफ्टर 25 डेज 5 men लेफ्ट द कैंप, मतलब 20 आदमियों ने 25 दिन तक तो खाना खाया था, मतलब ये कितना हो गया आपका 500 हो गया। उसके बाद 5 आदमी लेफ्ट करके चले जाते हैं। अब देखो रिमेनिंग कितना है आपका 300 और नंबर ऑफ पर्सन कितने होंगे 15, तो नंबर ऑफ डेज, ठीक है। उसने पूछा है 5 men लेफ्ट द फाइंड द हाउ मेनी मोर डेज द रिमेनिंग मैन कैन ईट द फूड। 5 से डिवाइड करेंगे तो इसको 20 पे डिवाइड करेगा, ठीक है, तो 20 आंसर आएगा। तो यहाँ पे 10 नहीं 20, यहाँ पे 2 की जगह 20 होना चाहिए हमारा, ठीक है। तो 20 दिन और वो खाना चल जाएगा, ठीक है। चलिए नेक्स्ट क्वेश्चन। 25 kg of rice at 20 per kg was mixed with some amount of rice 32 rupees per kg. The whole mixture was sell at 20% profit for 32.40 rupees per kg. Find the amount of the second variety। देखो पहली की कीमत कितनी 20 रुपए, दूसरी की कीमत कितनी 32 रुपए, और जो ये 32 रुपए 40 पैसे है, अगर मैं पॉइंट को रिमूव कर दूं डिवाइड बाय 10, और ये कितने की वैल्यू है 120 की गुना 100, जीरो से जीरो कैंसिल हो जाएगी। अगर इसको 12 से डिवाइड करेंगे, 12 से डिवाइड करते हैं तो ये 24, पहले इसको डिवाइड करेगा 2 पे, 24 कितना बचेगा 8, 84 7 पे डिवाइड करेगा। तो अब एलिगेशन लगा दो 32 माइनस 27 5, 27 माइनस 27, तो मतलब दोनों क्वांटिटीज 5 और 7 के रेशियो में है। तो फर्स्ट वाली कितनी थी 25, तो इंटू 5 है, तो यहाँ भी इंटू 5 करें तो 7 इंटू 5 35 kg हमारा इसका राइट आंसर होगा। नेक्स्ट क्वेश्चन। द सिंपल इंटरेस्ट ऑन ए सर्टेन सम फॉर 7.5 years at 12% per annum is 334.5 more than the simple interest on the same sum for 5.25। देखो यहां टाइम कितना है 7.5 साल, यहां टाइम कितना है 5 1/4, ठीक है। आप इस तरीके से भी कैलकुलेट कर सकते हैं कि इन दोनों के बीच का डिफरेंस ले लो। डिफरेंस कितना होगा देखो 14 + 1 15/2 माइनस 21/4, तो एलसीएम लेंगे तो 4 होगा 230 माइनस 21 मतलब 9/4, और रेट ऑफ इंटरेस्ट कितना है 12, तो इसको 3 पे डिवाइड करेगा। तो मतलब हमारे पास जो रेट ऑफ इंटरेस्ट का डिफरेंस आया वो 27 का परसेंट आया है, जो इसके इक्वल है। तो 1% की वैल्यू होगी डिवाइड बाय 37, और हमें तो 100% निकालना है। पॉइंट रिमूव करो, डिवाइड में 100 होगा, 0 से पॉइंट डिवाइड बाय 10 होगा, सॉरी 0 से 0 कैंसिल हो जाएगी। 37 से अगर हम इसको डिवाइड करते हैं सबसे पहले तो 1 पे डिवाइड करेगा, ठीक है। सबसे पहले किस पे डिवाइड करेगा 1 पे, सॉरी 27 है ना, 37 नहीं 27 है, तो 1 पे डिवाइड करेगा। अब कितना 63, फिर 2 पे डिवाइड करेगा 54, ठीक है, क्योंकि 6 बचेगा 63, 27 इंटू 2 कितना होता है हमारे पास 54 होता है, ठीक है। उसके बाद अगर हम बात करें तो 0 पे तो डिवाइड करेगा नहीं, तो ऑप्शन ए हमारा इस क्वेश्चन का राइट आंसर हो जाएगा। आपको देखो पूरा डिवाइड करना नहीं है, सिर्फ यहां से हेल्प ले सकते थे। कैसे डिवाइड किया मैं एक बार फिर से आपको बता देता हूं। देखो 3 3 3 4, पॉइंट को रिमूव किया तो डिवाइड बाय 10, और इसको 27 से करना था, क्योंकि ऐसी कैलकुलेशन में आप अक्सर फंस जाते हो। 0 से 0 कैंसिल। देखो सबसे पहले जब इसको डिवाइड करोगे तो 1 पे तो डिवाइड करेगा, और 1 तो सबके स्टार्टिंग में था, ठीक है कोई बात नहीं। बचा कितना 63, अब डिवाइड करेंगे 2 से, 63 में से 54 बचा, देखो 90, मतलब अब 12,000 से बड़े 3 नंबर थे, ये तो आंसर हो नहीं सकता था, ठीक है। अब पूरा डिवाइड तो हो नहीं रहा ये। अब देखो 0 या 3, तो 90 है, 27 से पहले इसका थर्ड मल्टीपल आ जाएगा, तो ये भी आपका आंसर नहीं हो सकता, ठीक है। हमने ऑप्शन एलिमिनेट कर दी। ऐसे आप अपनी कैलकुलेशन को थोड़ा सा आसान बना सकते हो कि पूरी कैलकुलेशन ना करनी पड़े आपको बार बार। क्या करें, 84 लीटर मिक्सचर कंटेन्स A and B in the ratio 3:4। इसमें A और B का रेशियो कितना है 3:4। 14 लीटर ऑफ द मिक्सचर इज टेकन आउट। चलो जी, ये कितना है 7।
7 की वैल्यू कितनी है 84, तो 1 की वैल्यू कितनी है 12, तो 12 इंटू 3 36 और 12 इंटू 4 48 सॉरी 14 लीटर मिक्सचर, 14 लीटर जो मिक्सचर निकाला है तो वो भी 3 और 7 के रेशो में निकलेगा, मतलब 2, तो ये 6 3 और 4 के रेशो में, और ये कितना हो जाएगा 8 हो जाएगा। तो ये तो आपके पास बचा 30 और ये कितना हो गया 40। 10 लीटर बी ऐड कर दिया तो कितना हो गया 50 हो गया। तो उसने पूछा है द रिजल्टेंट मिक्सचर विल कंटेन हाउ मच ए कितना है 30 आउट ऑफ 80, 3 by 8 तो 37.5%। नेक्स्ट क्वेश्चन में क्या करें, द स्पीड ऑफ बोट while traveling downstream and upstream is 24 km and 16 km. Find the time taken by boat to travel 100 km in the still water. देखो अब 100 किलोमीटर उसको डिस्टेंस कवर करने में कितना टाइम लगेगा। देखो अगर हम इस क्वेश्चन की बात करें, हमारे पास सबसे पहले तो आपको ये पता हो कि डाउनस्ट्रीम और अपस्ट्रीम क्या है, ठीक है। डाउनस्ट्रीम क्या होता है आपके पास जब दोनों सेम डायरेक्शन में हो, और अपस्ट्रीम क्या होता है जब दोनों अपोजिट डायरेक्शन में हो, ठीक है। ये बात तो क्लियर होगी सबको, इसमें तो कोई डाउट नहीं होगा। तो और जब हम कैलकुलेट करते हैं स्पीड ऑफ बोट इन स्टिल वाटर, ठीक है, वो क्या होता है आपका डाउनस्ट्रीम प्लस अपस्ट्रीम डिवाइड बाय 2, तो 24 प्लस 16 डिवाइड बाय 2 मतलब ये 20 आ गया। तो 100 किलोमीटर का डिस्टेंस अगर 20 की स्पीड से जाएगा तो 5 आवर्स में कंप्लीट कर देगा। ऑप्शन सी, डाउनस्ट्रीम होता है जब दोनों सेम डायरेक्शन में है, अपस्ट्रीम होता है जब दोनों अपोजिट डायरेक्शन में है। क्या कह रहा है, फाइंड द एरिया ऑफ स्क्वायर इफ इट्स साइड इज 2 सेंटीमीटर मोर देन द डायमीटर ऑफ द सर्कल हुज एरिया। सर्कल का एरिया कितना होता है पाई आर स्क्वायर, कितना 154। ये इसको पूरा पूरा देखो 7 पे डिवाइड कर रहा है तो आर की वैल्यू कितनी आ गई 7। डायमीटर कितना होता है 2r, तो 7 + 7 14, तो साइड प्लस 2 हो जाएगी 16, और 16 का स्क्वायर कितना होता है 256। नेक्स्ट क्वेश्चन क्या कह रहे, प्रेजेंट एज ऑफ आनंद इज 47 years and his wife is 38 years. When they were married, Anand was exactly 1.5 times, 1.5 मतलब 3/2। तो अगर उनकी शादी x साल पहले हुई थी, ठीक है। इस क्वेश्चन को बाय ऑप्शन भी आप कर सकते हो। देखो अगर मैं इसमें से 15 माइनस करूंगा तो ये कितना होगा 33, जो कि 2 से डिवाइड नहीं होता, तो ये तो ओड नंबर तो हो नहीं सकते। 20 डिवाइड करूंगा तो ये कितना बचेगा 18 बचेगा, ठीक है, ये 18 होगा। ये कितना होगा 27, तो ठीक है, मतलब 20 ही आंसर होगा आपका, क्योंकि 27 और 18 का रेशो कितना 3:2। अदरवाइज आप यहां से क्रॉस मल्टीप्लाई करके भी x की वैल्यू कैलकुलेट कर सकते थे। ए ट्रेन इंक्रीज इट्स स्पीड बाय 12.5%, 12.5% की मतलब 1/8, कि अगर स्पीड पहले 8 है तो अब कितनी है 9। स्पीड का रेशो कितना है 8:9 एंड रीच द डेस्टिनेशन 20 मिनट अर्लियर। तो टाइम का रेशो कितना होगा 9:8, 1 ही तो 20 की इक्वल है, 9 की वैल्यू 180, 8 की वैल्यू 160। व्हाट इज द एक्चुअल टाइम, तो एक्चुअल टाइम कितना हो जाएगा 180 मिनट हो जाएगा। आई होप क्लियर होगा ये क्वेश्चन, सिंपल इजी क्वेश्चन है सारे। A, B and C enter into a partnership with 8,000, 6,000 and 12,000 respectively. Find the profit share of A if the total profit। लो जी बहुत आसान क्वेश्चन है, यहीं से रेशियो बना दो, 30 से 30 कैंसिल, 2 से डिवाइड करेंगे 4, 3 और 6, टोटल कितना 13 इसके इक्वल है, तो 1 की वैल्यू कितनी 500, तो A का कितना हो जाएगा 2000 हो जाएगा। बहुत बढ़िया आसान सा क्वेश्चन था, लास्ट क्वेश्चन था ये। आई होप ये सारे क्वेश्चन क्लियर होंगे आपको। अगर किसी भी क्वेश्चन में कोई डाउट आता है, कंफ्यूजन आता है, तो आप अपना डाउट कमेंट बॉक्स में बता दीजिएगा, जो भी आपका डाउट होगा उसको क्लियर किया जाएगा। तो मिलते हैं नेक्स्ट वीडियो में, तब तक के लिए टेक केयर। Hello everybody, welcome to the English section by Gyanam. I am Piyush Sardana, your buddy English language teacher. Guys, errors पे try करते थे। My friend told me that he will visit me yesterday, but he did not. तो will का would हो जाएगा। Just because he is talking about past tense,
तो विल का क्या हो जाएगा, वुड। तो यहां पर एरर हो जाएगा। यहां पर अगला देखते हैं, ये तो डायरेक्ट ही आ गया। द मेंबर्स कास्टेड देयर वोट्स, कास्टेड की बात हो रही है ना, तो यहां कास्ट हो जाएगा, विच मीन्स कास्ट। अगला, टेल चिल्ड्रन पार्टिसिपेटेड इन द कॉम्पिटिशन एंड ईच ऑफ देम, एवरी वन ऑफ देम वॉज गिवन अ प्राइज हो जाएगा। या अब मैंने यहां पे एवरी वन की बात करी, सबको मिला था, तो आंसर आ जाएगा आपका यहां पर। आगे चलते हैं, द मेंबर्स ऑफ द सोसाइटी डिस्कस्ड के साथ अबाउट नहीं आता है, हेंस आपका आंसर हो जाएगा बी। अगला, ही प्रेफर्स टी डैश कॉफी, टी के साथ टू क्यों लगा है, प्रेफर्स को देखकर, तो प्रेफर्स लेता है टू, फॉलोड बाय आई एम फॉन्ड डैश म्यूजिक, फॉन्ड के साथ लगता है ऑफ, फिक्स्ड प्रेपोजिशन है, मैं फॉन्ड हूं म्यूजिक का। ये आया आपके पास, आपको वर्ड चूज करना है बोल्ड पार्ट। अब यहां पर क्या हुआ है, सब कुछ थोड़ा बोल्ड कर दिया इन्होंने, तो यहां बोल्ड है डिसऑनरेबल, तो यहां पर आपको बताना है कि आपका कौन सा वर्ड है जो नियरेस्ट है बोल्ड पार्ट के। तो वेल्थ एक्वायर्ड टू डिसऑनरेबल, अगर आप डिसऑनरेबल तरीके से वेल्थ एक्वायर करोगे तो वो आंसर क्या हो जाएगा, डिसक्रेडिटेबल, राइट। व्हाट मीनिंग हैव यू ड्रॉन फ्रॉम टंग इन अ चीक रिमार्क, आपने क्या मीनिंग निकाला है, तो जब आपने बोला ड्रॉ करा, ड्रॉन करा, तो उसको बोलते डिड्यूस्ड। नेक्स्ट, वन हु इज अनरिलेंटिंग एंड कैन नॉट बी मूव्ड बाय एंट्रीटीज, जो अनरिलेंटिंग है और मूव नहीं हो सकता है उसको क्या बोलते हैं, इनएक्सोरेबल। नेक्स्ट, एन एसोसिएशन इन ऑफिस और इंस्टीट्यूशन, ये जो एसोसिएशन होता है ऑफिस में उसको क्या बोला जाता है, एक तरह से आपका कलीग माना गया है कि नहीं। अगला, इंडिजेंस का, अब ये देखो जरा ध्यान से, सिनोनिम बताना है पॉवर्टी, इंडिगेंस मतलब जो अनाथ टाइप वाला फीलिंग आता है। करेक्ट सेंटेंस निकालना है, पास्ट के साथ ये रॉन्ग, मेट के साथ वुड चलेगा, मेट के साथ हैव नहीं चलेगा, मेट के साथ हैड भी नहीं। बहुत सिंपल। थैंक यू, आई होप यू एंजॉयड दिस।